परम सन्मानयोग गुरु प्यारिओ, वाहगुरु जी का खालसा, वाहगुरु जी की फतेह। सिख मिशनरी कॉलेज लुधियाना ਵੱਲੋਂ SMC ਗੁਰਮਤ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਪਿਛਲੇ ਲਗਾਤਾਰ 3 ਹਫ਼ਤਿਆਂ ਤੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਇਨ ਕਰਦੇ ਆ ਰਹੇ ਹਾਂ। ਸਤਿਗੁਰ ਦੀਆਂ ਵੱਡੀਆਂ ਵਡਿਆਈਆਂ ਹਨ। ਵੱਡੀਆਂ ਵਡਿਆਈਆਂ ਨੂੰ ਵਰਣਨ ਕਰ ਸਕਣਾ ਸੰਭਵ ਨਹੀਂ ਹੁੰਦਾ, ਲੇਕਿਨ ਸਤਿਗੁਰੂ ਜੀ ਨੇ ਗੁਰਬਾਣੀ ਰਾਹੀਂ ਜੋ ਵਿਚਾਰਧਾਰਾ ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਵਿਚਾਰਧਾਰਾ ਪ੍ਰਗਟ ਕੀਤੀ ਹੈ, ਉਸ ਵਿਚਾਰਧਾਰਾ ਦੇ ਆਧਾਰਿਤ ਇਹ ਵਿਚਾਰਾਂ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ। ਅਸਲ ਵਿੱਚ ਇਹ ਤੌਹੀਦ ਦੀ ਆਵਾਜ਼ ਸੀ, ਜਿਸ ਆਵਾਜ਼ ਨੇ ਇੱਕ ਕ੍ਰਾਂਤੀਕਾਰੀ ਪਰਿਵਰਤਨ ਇਸ ਦੇਸ਼ ਦੀ ਧਰਤੀ ਤੇ ਲਿਆਂਦਾ। ਕੀਰੇ ਕਾਰੇ ਮਿੱਟੀ 'ਚ ਰੁਲਦਿਆਂ ਹੋਇਆਂ ਨੂੰ ਤਖਤਾਂ ਦੇ ਵਾਰਸ ਬਣਾ ਦਿੱਤਾ। ਤੋ ਇਸ ਤੌਹੀਦ ਦੀ ਆਵਾਜ਼ ਨੂੰ ਘਰ ਘਰ ਪਹੁੰਚਾਉਣਾ ਸਾਡਾ ਵੀ ਫਰਜ਼ ਬਣਦਾ ਹੈ। ਤੋ ਇਸ ਫਰਜ਼ ਨੂੰ ਸਮਝਦਿਆਂ ਹੋਇਆਂ ਸਤਿਗੁਰੂ ਜੀ ਦੇ ਵਿਚਾਰਧਾਰਾ ਨੂੰ ਅਸੀਂ ਵਿਚਾਰਨ ਦਾ ਯਤਨ ਕਰ ਰਹੇ ਹਾਂ। ਇਹ ਵਿਚਾਰਧਾਰਾ ਵੀਰ ਤੇਜਿੰਦਰ ਸਿੰਘ ਜੀ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ। ਬੇਨਤੀ ਕਰਦਾ ਹਾਂ ਵੀਰ ਜੀ, ਕਿਰਪਾ ਕਰੋ। ਜੋ ਵਿਚਾਰਧਾਰਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਜੋ ਸਿੰਘ ਬੁੱਕਿਆ ਤੇ ਹਿਰਨਾਂ ਦੀਆਂ ਡਾਰਾਂ ਭੱਜ ਗਈਆਂ, ਅੱਜ ਫਿਰ ਉਹ ਸਿੰਘ ਸਿਰ ਕੱਢੀ ਫਿਰਦੇ ਹਨ। ਤੇ ਕਿਸ ਵਿਚਾਰਧਾਰਾ ਨਾਲ ਅਸੀਂ ਉਸ ਆਪਣੇ ਆਪ ਨੂੰ ਸਿੰਘ ਸਮਝ ਬੈਠ ਕੇ ਦੂਜਿਆਂ ਨੂੰ ਹਿਰਨ ਬਣਾ ਕੇ, ਜਿਨ੍ਹਾਂ ਨੇ ਅੱਜ ਕੌਮਾਂ ਦੇ ਉੱਤੇ ਜ਼ੁਲਮ ਸ਼ੁਰੂ ਕੀਤੇ ਹਨ, ਅਸੀਂ ਕਿਸ ਢੰਗ ਦੇ ਨਾਲ ਉਸ ਸ਼ੇਰ ਮਰਦ ਦੀ ਆਵਾਜ਼ ਨੂੰ, ਗੁਰੂ ਨਾਨਕ ਪਾਤਸ਼ਾਹ ਜੀ ਦੀ ਵੱਡਾ ਪੁਰਖ ਪ੍ਰਗਟਿਆ ਜਿਸ ਨੂੰ ਕਿਹਾ ਜਾਂਦਾ ਹੈ, ਉਸ ਵੱਡੇ ਪੁਰਖ ਦੀਆਂ ਗੱਲਾਂ ਨੂੰ ਕਿਵੇਂ ਸੰਸਾਰ ਤੱਕ ਪਹੁੰਚਾ ਸਕਦੇ ਹਾਂ। ਇਹ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਗੁਰਮਤ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ਾਂ ਤੋਂ ਜੁੜੇ ਹੋਏ ਵੀਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਆਪ ਜੀ ਪਾਸੋਂ ਹੱਥ ਜੋੜ ਕੇ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਅਸੀਸ ਮੰਗਦਾ ਹਾਂ। ਆਸ ਕਰਦਾ ਹਾਂ ਕਿ ਆਪ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਵਿੱਚ ਔਰ ਜੁੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਵਿਚਾਰਾਂ ਵਿੱਚੋਂ ਦਰਸ਼ਨ ਕਰਨ ਦੀ ਕਿਰਪਾਲਤਾ ਕਰੋਗੇ। ਪਿਛਲੇ ਸਮਿਆਂ ਦੇ ਅੰਦਰ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਧਰਮ ਸਿਧਾਂਤਾਂ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਅਸੀਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਨਿਰਗੁਣ ਔਰ ਸਰਗੁਣ ਸਰੂਪ ਦੇ ਬਾਰੇ ਸਾਨੂੰ ਦਰਸ਼ਨ ਦਿੱਤੇ ਹਨ, ਸਮਝਾਇਆ ਹੈ ਕਿ ਜੋ ਉਸ ਸਮੇਂ ਜੋ ਪਰਮਾਤਮਾ ਦੇ ਸਰੂਪ ਸਨ, ਅਲੱਗ-ਅਲੱਗ ਅਵਤਾਰਾਂ ਦੇ ਰੂਪ ਦੇ ਅੰਦਰ, ਉਹਨਾਂ ਦਾ ਕਿਸ ਤਰੀਕੇ ਨਾਲ ਨਿਖੇੜਾ ਕੀਤਾ ਤੇ ਸਾਨੂੰ ਉਹ ਸਮਝਾਇਆ ਕਿ ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਉਹ ਸਰਗੁਣ ਔਰ ਨਿਰਗੁਣ ਦੋਨਾਂ ਸਰੂਪਾਂ ਦੇ ਉੱਪਰ ਹੈ। ਨਿਰਗੁਣ ਸਰੂਪ ਵਿੱਚ ਉਹ ਆਪ ਸਾਰੇ ਸਰਗੁਣ ਸਰੂਪਾਂ ਦੇ ਅੰਦਰ ਦਰਸ਼ਨ ਦੇ ਰਿਹਾ ਹੈ। ਭਾਵ ਕਿ ਸਾਰੀ ਕਾਇਨਾਤ ਦੇ ਵਿੱਚ, ਭਾਵੇਂ ਉਹਦੇ ਵਿੱਚ ਕੋਈ ਕਿਸੇ ਵੀ ਮਜ਼ਹਬ ਦੇ ਲੋਕ ਹਨ, ਉਹ ਸਾਰਿਆਂ ਦੇ ਵਿੱਚ ਹੀ ਉਹ ਪਰਮਾਤਮਾ ਆਪ ਸਮਾਇਆ ਹੋਇਆ ਹੈ। ਔਰ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ। ਉਸ ਦੀਆਂ ਵਡਿਆਈਆਂ ਜਿਹੜੀਆਂ ਹਨ ਉਹ ਸਾਰੇ ਸੰਸਾਰ ਦੇ ਵਿੱਚ ਫੈਲੀਆਂ ਹੋਈਆਂ ਹਨ। ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਉਸ ਪਰਮਾਤਮਾ ਦਾ ਹੋਂਦ ਨਾ ਹੁੰਦੀ ਹੋਵੇ। ਫਿਰ ਇਹ ਵੀ ਅਸੀਂ ਪਿਛਲੇ ਵਿਚਾਰਾਂ ਵਿੱਚ ਸਮਝਿਆ ਕਿ ਪ੍ਰਭੂ ਤੋਂ, ਕਿ ਜਿਵੇਂ ਉਹ ਸਭ ਦੇ ਵਿੱਚ ਮੌਜੂਦ ਹੈ, ਹਰ ਥਾਂ ਦੇ ਉੱਪਰ ਮੌਜੂਦ ਹੈ, ਲੇਕਿਨ ਇਸ ਦੇ ਬਾਵਜੂਦ ਵੀ ਅਸੀਂ ਉਸ ਨੂੰ ਸਮਝ ਕਿਉਂ ਨਹੀਂ ਪਾ ਰਹੇ, ਅਸੀਂ ਉਸ ਨੂੰ ਮਿਲਾਪ ਸਾਡਾ ਉਸ ਨਾਲ ਕਿਉਂ ਨਹੀਂ ਹੋ ਪਾ ਰਿਹਾ। ਤੋ ਇਹ ਪ੍ਰਭੂ ਤੋਂ ਵਿੱਥ ਕਿਉਂ ਹੈ, ਇਸ ਬਾਰੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬੜੇ ਵਿਸਤਾਰ ਦੇ ਨਾਲ
ਇਸ ਗੱਲ ਨੂੰ ਸਮਝਾਇਆ ਹੈ ਗੁਰਬਾਣੀ ਦੇ ਵੱਖ-ਵੱਖ ਫਰਮਾਨਾਂ ਦੇ ਰਾਹੀਂ, ਜੋ ਆਪ ਜੀ ਦੇ ਨਾਲ ਦਾਸ ਨੇ ਸਾਂਝੇ ਕੀਤੇ ਹਨ। ਔਰ ਉਸ ਦੇ ਨਾਲ ਹੀ ਫਿਰ ਇਹ ਗੱਲ ਕਹੀ ਕਿ ਜਿਹੜੇ ਮਾਇਆ ਦੇ ਹਥਿਆਰ ਹਨ, ਉਹ ਕਿਸ ਤਰ੍ਹਾਂ ਸੰਸਾਰ ਦੇ ਅੰਦਰ ਸਾਨੂੰ ਪਰਮਾਤਮਾ ਤੋਂ ਦੂਰ ਰੱਖਦੀ ਹੈ। ਕਿ ਜਦੋਂ ਅਸੀਂ ਮਾਇਆ ਦੇ ਇਹਨਾਂ ਪੰਜਾਂ ਹਥਿਆਰਾਂ ਦੇ ਕਬਜ਼ੇ ਵਿੱਚ ਆ ਜਾਂਦੇ ਹਾਂ, ਤਾਂ ਉਹ ਪੰਜ ਵਿਕਾਰ ਜਾਂ ਪੰਜ ਮਕਾਰ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਦੇ ਵਿੱਚ ਜਦੋਂ ਸਾਡੀ ਸੁਰਤੀ ਜਿਹੜੀ ਹੈ ਉਹ ਜੁੜ ਜਾਂਦੀ ਹੈ, ਤਾਂ ਫਿਰ ਸਾਨੂੰ ਸਾਡੇ ਨਜ਼ਦੀਕ ਹੁੰਦਿਆਂ ਹੋਏ ਵੀ, ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਕਿ ਸਾਡੇ ਹੱਥ ਨਾਲੋਂ ਵੀ ਨੇੜੇ ਜਿਹੜਾ ਹੈ ਉਹ ਪਰਮਾਤਮਾ ਹੈ, ਭਾਵ ਉਹਨੂੰ ਕਿਤੇ ਦੂਰ ਜਾ ਕੇ ਲੱਭਣ ਦੀ ਲੋੜ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸਾਨੂੰ ਸਮਝਾਇਆ ਬਾਣੀ ਅੰਦਰ, ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਭਾ, ਤੋਹੀ ਸੰਗ ਸਮਾਈ, ਕਿ ਤੇਰੇ ਨਾਲ ਹੀ ਉਹ ਸਮਾਇਆ ਹੋਇਆ ਹੈ। ਪਰ ਗੱਲ ਸਿਰਫ ਇਹ ਹੈ ਕਿ ਉਹਨੂੰ ਆਪਣੇ ਅੰਦਰ ਲੱਭਣ ਦੀ ਲੋੜ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਏ। ਜੋ ਉਸ ਨੂੰ ਖੋਜਦਾ ਹੈ ਕਿ ਇਹ ਜੋ ਸਾਰਾ ਵਿਸਤਾਰ ਪਰ ਸੰਸਾਰ ਦੇ ਅੰਦਰ ਨਜ਼ਰ ਆ ਰਿਹਾ ਹੈ, ਉਹ ਕੇਵਲ ਇੱਕ ਨਿਰੰਕਾਰ ਦਾ ਹੀ ਹੈ। ਔਰ ਗੁਰਬਾਣੀ ਵਿੱਚ ਇਹ ਬੜਾ ਸਪਸ਼ਟ ਵਿਚਾਰ ਹੈ ਕਿ ਨਿਰੰਕਾਰ ਦੇ ਅੰਦਰ ਆਕਾਰ ਸਮਾ ਜਾਂਦਾ ਹੈ, ਕਿ ਜਿੰਨਾ ਵੀ ਦਿਸਣ ਵਾਲਾ ਆਕਾਰ ਹੈ ਉਹ ਉਸ ਨਿਰੰਕਾਰ ਤੋਂ ਹੀ ਪੈਦਾ ਹੋਇਆ ਹੈ, ਔਰ ਉਸ ਨਿਰੰਕਾਰ ਦੇ ਵਿੱਚ ਹੀ ਉਸ ਨੇ ਸਮਾ ਜਾਣਾ ਹੈ ਅੰਤ ਵੇਲੇ। ਜਿਵੇਂ ਅਸੀਂ ਚੌਪਾਈ ਦੇ ਵਿੱਚ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ ਜਬ ਉਦ ਕਰਕ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇ ਅਪਾਰਾ। ਜਬ ਆਕਰਖ मैंने आकर्षण करता है, अपने वाल खिंचता है। जब आकर्ष कर तो कहूँ तुम में मिल दे तर सबू, कि जितनी तेरी रचना है वो तेरे अंदर ही ਸਮਾ ਜਾਂਦੀ ਹੈ। ਸੋ ਇਹਨਾਂ ਗੁਣਾਂ ਨੂੰ ਅਸੀਂ ਪਰਮਾਤਮਾ ਦੇ ਜਿਹੜੇ ਹਨ, ਫਿਰ ਪ੍ਰਭੂ ਦੇ ਇਸ ਜੋ ਸਾਡੇ ਨਾਲ ਭਾਣਾ ਵਾਪਰਦਾ ਹੈ, ਪੰਜ ਵਿਕਾਰ ਸਾਡੇ ਤੇ ਹਾਵੀ ਹੁੰਦੇ ਹਨ, ਉਹਨਾਂ ਤੋਂ ਬਚਣ ਵਾਸਤੇ ਪ੍ਰਭੂ ਦੇ ਅੱਗੇ ਜਿਹੜੀ ਮਿਹਰ ਯਾਚਨਾ ਕਰਨੀ ਕਿ ਸਾਨੂੰ ਸੱਚੇ ਗੁਰੂ ਨਾਲ ਮਿਲਾ ਦੇਵੇ, ਤਾਂ ਕਿ ਸਾਡੇ ਅੰਦਰੋਂ ਹਉਮੈ ਦਾ ਜਿਹੜਾ ਰੋਗ ਹੈ, ਦੀਰਘ ਰੋਗ ਹੈ, ਕਰੋਨਿਕ ਡਿਸੀਜ਼ ਹੈ, ਇਹ ਸਾਡੇ ਅੰਦਰੋਂ ਖਤਮ ਹੋ ਜਾਏ। ਤੇ ਜੇਕਰ ਹਉਮੈ ਸਾਡੇ ਅੰਦਰੋਂ ਨਿਕਲ ਜਾਏ, ਤਾਂ ਹਉਮੈ ਜਾਈ ਤਾਂ ਕੰਤ ਸਮਾਈ, ਤਾਂ ਕਾਮਣ ਪਿਆਰੇ ਨਾਮ ਨਿਧ ਪਾਈ। ਤਾਂ ਉਸ ਕੰਤ ਨਾਲ ਪਰਮਾਤਮਾ ਦੇ ਨਾਲ ਇਸ ਜੀਵ ਰੂਪੀ ਇਸਤਰੀ ਦਾ ਮਿਲਾਪ ਹੋ ਸਕਦਾ ਹੈ। ਲੇਕਿਨ ਉਹਦੇ ਨਾਲ ਇੱਕ ਗੱਲ ਬੜੀ ਸਪਸ਼ਟ ਸਾਨੂੰ ਸਮਝਾਈ ਕਿ ਕਿਸੇ ਵਿਅਕਤੀ ਦੇ ਆਪਣੇ ਵਸ ਵਿੱਚ ਨਹੀਂ ਹੈ ਕਿ ਉਹ ਆਪਣੇ ਵਸ ਦੇ ਨਾਲ, ਆਪਣੇ ਹਿੰਮਤ ਦੇ ਨਾਲ ਜਾਂ ਆਪਣੇ ਯਤਨਾਂ ਸਦਕਾ ਉਹ ਉਸ ਪਰਮਾਤਮਾ ਨੂੰ ਸਿਮਰੇ। ਲੇਕਿਨ ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਗੁਰੂ ਉੱਤੇ ਨਦਰ ਕਰ ਦੇਵੇ, ਪਰਮਾਤਮਾ ਬਖਸ਼ਿਸ਼ ਕਰਕੇ ਗੁਰੂ ਨਾਲ ਮਿਲਾ ਦੇਵੇ, ਤੇ ਗੁਰੂ ਨਦਰ ਕਰੇ ਸਾਡੇ ਤੇ, ਜਿਵੇਂ ਮੂਲ ਮੰਤਰ ਵਿੱਚ ਵੀ ਕਿਹਾ ਹੈ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਸਤ ਗੁਰ ਪ੍ਰਸਾਦ ਦੇ ਨਾਲ, ਗੁਰੂ ਦੇ ਕਿਰਪਾ ਦੁਆਰਾ ਹੀ ਹੋ ਸਕਦੀ ਹੈ। ਤੋਂ ਨਦਰ ਕਰੇ ਤਾਂ ਸਿਮਰਿਆ ਜਾਏ, ਤੋਂ ਤਾਂ ਹੀ ਸਿਮਰਿਆ ਜਾ ਸਕਦਾ ਹੈ। ਤਾਂ ਫਿਰ ਸਾਡੇ ਅੰਦਰੋਂ ਜਿਹੜੀ ਦੁਬਦਾ ਹੈ ਇਹਨਾਂ ਪੰਜਾਂ ਵਿਕਾਰਾਂ ਦੀ, ਮਕਾਰਾਂ ਦੀ, ਅੰਤਰ ਕੀ ਦੁਬਦਾ, ਅੰਤਰ ਮਰੈ, ਉਹ ਅੰਦਰ ਹੀ ਖਤਮ ਹੋ ਜਾਂਦੀ ਹੈ ਤੇ ਸਾਡਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਖਸ਼ਾਤਾਰ ਭੇਟ ਹੋ ਜਾਂਦੀ ਹੈ। ਫਿਰ ਇਹ ਵੀ ਗੱਲ ਸਾਨੂੰ ਸਮਝਾਈ ਕਿ ਜਿਹੜੇ ਸਾਡੇ ਵਿਗੜੇ ਰੂਪ ਹਨ, ਸਾਡੀਆਂ ਬਿਰਤੀਆਂ ਵਿਗੜੀਆਂ ਹੋਈਆਂ ਹਨ, ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਆਪਣੀ ਬਖਸ਼ਿਸ਼ ਕਰਕੇ ਹੀ ਸਾਨੂੰ ਜਿਹੜਾ ਹੈ ਨਵਾਜਣਗੇ। ਇਤਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਕਿ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਕਰ ਦੇਣਗੇ, ਉਹਨਾਂ ਦੇ ਅੰਦਰ ਹੀ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਵਰ ਜਾਏਗਾ। ਉਹਨਾਂ ਅੰਦਰੋਂ ਹੀ ਇਹ ਪੰਜ ਵਿਕਾਰ ਤੇ ਪੰਜ ਮਕਾਰ ਜਿਹੜੇ ਹਨ ਉਹ ਨਿਕਲ ਜਾਣਗੇ। ਤੋ ਇਹ ਪਰਮਾਤਮਾ ਦੀ ਮਿਹਰ ਦਾ ਪਾਤਰ ਜਿਹੜਾ ਹੈ ਉਹ ਬਣਨਾ ਪਏਗਾ। ਤੋ ਇਸੇ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਭਗਤੀ ਦਾ ਮਾਰਗ ਜਿਹੜਾ ਹੈ ਸਾਨੂੰ ਦਰਸਾਇਆ। ਉਹ ਵੀ ਅਸੀਂ ਪਿਛਲੀ ਵਾਰੀ ਆਪ ਜੀ ਦੇ ਨਾਲ ਵਿਚਾਰ ਕੀਤੀ ਹੈ ਕਿ ਕਿਵੇਂ ਧਰਮਖੰਡ ਤੋਂ ਲਾ ਕੇ ਔਰ ਸੱਚਖੰਡ ਵਾਲੀ ਜਿਹੜੀ ਅਵਸਥਾ ਹੈ, ਸਚਾਈ ਵਾਲੀ ਅਵਸਥਾ ਹੈ, ਜਿਹਦੇ ਤੇ ਸੱਚ ਨਾਲ ਤੁਹਾਡਾ ਸਾਖਸ਼ਾਤਾਰ ਹੋ ਜਾਏ, ਤੁਹਾਡਾ ਅੰਦਰ ਸੱਚ ਬਾਹਰ ਸੱਚ ਤੁਹਾਡੇ ਅੰਦਰ ਹੋ ਜਾਵੇ, ਤਾਂ ਜਿਵੇਂ ਮਨ ਬਚ ਕਰਮ, ਮਨ ਦੇ ਅੰਦਰ ਵੀ ਸੱਚ ਹੀ ਹੋਵੇ ਤੇ ਤੁਹਾਡੇ ਬੋਲਾਂ ਵਿੱਚ ਵੀ ਸੱਚ ਹੋਵੇ ਤੇ ਤੁਹਾਡੇ ਐਕਸ਼ਨ ਵਿੱਚ, ਕਰਮਾਂ ਵਿੱਚ ਵੀ ਸੱਚ ਹੋਵੇ, ਤਾਂ ਉਸ ਸੱਚਖੰਡ ਦੇ ਵਿੱਚ ਉਸ ਪਰਮਾਤਮਾ ਜਿਹੜਾ ਆਪ ਸੱਚ ਹੈ, ਆਪ ਸੱਚ, ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ, ਉਸ ਸੱਚੇ ਦੇ ਨਾਲ ਮਿਲਾਪ ਹੋ ਸਕਦਾ ਹੈ। ਭਾਵ ਸਾਡੀ ਵੀ ਅਵਸਥਾ ਉਸ ਸਚਿਆਰੇ ਦੀ ਹੋ ਸਕਦੀ ਹੈ। ਅਸੀਂ ਅੰਦਰੋਂ ਬਾਹਰੋਂ
ਇੱਕ ਹੋ ਜਾਵਾਂਗੇ, ਅੰਦਰੋਂ ਬਾਹਰੋਂ ਸੱਚ ਹੋ ਜਾਵਾਂਗੇ, ਤੇ ਉਹ ਪਰਮਾਤਮਾ ਜਿਹੜਾ ਬਾਹਰ ਵੀ ਹੈ, ਸੱਚ ਵੀ ਹੈ, ਅੰਦਰ ਵੀ ਹੈ, ਉਸ ਨਾਲ ਸਾਡਾ ਮਿਲਾਪ ਹੋ ਜਾਏਗਾ। ਤੇ ਇਹ ਕੁਝ ਪੁਰਾਤਨ ਜਿਹੜੇ ਧਾਰਮਿਕ ਵਿਸ਼ਵਾਸਾਂ ਬਾਰੇ ਵੀ ਸਤਿਗੁਰੂ ਜੀ ਨੇ ਸਾਨੂੰ, ਜਿਹੜੇ ਜੋਗੀ ਹਨ, ਗਿਆਨੀ ਹਨ, ਦੂਸਰੇ ਧਰਮਾਂ ਵਾਲੇ ਹਨ, ਜਿਹੜੇ ਉਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਦੀ ਗੱਲ ਕਰਦੇ ਹਨ ਔਰ ਮੁਕਤੀ ਦੀ ਗੱਲ ਕਰਦੇ ਹਨ, ਉਸ ਨੂੰ ਵੀ ਇਕੱਠ ਦਲੀਲ ਦੇ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਲੋਕਾਂ ਨੂੰ ਸਵਰਗਾਂ ਤੇ ਅਖੌਤੀ ਸੁੱਖਾਂ ਅਤੇ ਨਰਕਾਂ ਦਾ ਭਿਅੰਕਰ ਕਸ਼ਟਾਂ ਦੇ ਖਿਆਲ ਵੱਲੋਂ ਮੋੜ ਕੇ ਪ੍ਰਭੂ ਦੇ ਚਰਨ ਕਮਲਾਂ ਦੀ ਮੌਜ ਔਰ ਪ੍ਰਭੂ ਪ੍ਰੀਤ ਦਾ ਸਵਾਦ ਚਖਾਇਆ कि नरक सुरग ते मैं रहो सतगुर के प्रसाद चरण कमल की मौज में रहो अंत आराध। ਤੇ ਫਿਰ ਹਮੇਸ਼ਾ ਹੀ ਜਿਹੜਾ ਗੁਰਸਿੱਖ ਹੈ ਉਹ ਚਰਨ ਕਮਲ ਦੇ, ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ, ਭਾਵ ਪ੍ਰਭੂ ਦੀ ਓਟ ਦੇ ਵਿੱਚ, ਪ੍ਰਭੂ ਦੇ ਗੁਣਾਂ ਦੇ ਵਿੱਚ ਹੀ ਗਾਇਨ ਕਰ ਕਰੇ, ਗੁਣ ਕਹੇ ਗੁਣੀ ਸਮਾਉਣ ਵਾਲੀ ਅਵਸਥਾ ਦੇ ਵਿੱਚ ਉਹ ਆ ਜਾਂਦਾ ਹੈ। ਤੋ ਅਸੀਂ ਇਹ ਗੱਲ ਦੇਖੀ ਕਿ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਬਹੁਤ ਸਰਲ ਅਤੇ ਹਰ ਸਮੇਂ ਹਰ ਥਾਂ ਅਪਣਾਏ ਜਾਣ ਯੋਗ ਧਰਮ ਹੈ। ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ ਆਦਿ ਇਸ ਧਰਮ ਦੀ ਵਿਚਾਰਧਾਰਾ ਦੇ ਮੂਲ ਆਧਾਰ ਹਨ। ਤੋ ਇਸ ਤੋਂ ਇਲਾਵਾ ਮਨੁੱਖਾਂ ਦੇ ਅੰਦਰ ਵਿਚਾਰ ਸਾਡੇ ਬਰਾਬਰਤਾ, ਕਿਸੇ ਨੂੰ ਉੱਚਾ ਕਿਸੇ ਨੂੰ ਨੀਵਾਂ ਨਹੀਂ ਸਮਝਣਾ, ਕਿਸੇ ਦੇ ਨਾਲ ਦੇਸ਼, ਨਸਲ, ਰੰਗ, ਬੋਲੀ ਜਾਂ ਉਹਨਾਂ ਦੇ ਖਾਣ ਪੀਣ ਦਾ, ਜੀਵਕਾ ਦਾ, ਬਿਜ਼ਨਸ ਦਾ, ਕੰਮ ਢੰਗ ਦੇ ਨਾਲ ਕਿਸੇ ਨੂੰ ਕੋਈ ਕਿਸ ਵੀ ਕਿੱਤੇ ਵਿੱਚ ਵਿਚਰ ਰਿਹਾ ਹੈ, ਕਿੱਤਾ ਕਰ ਰਿਹਾ ਆਪਣੇ ਰੋਜੀ ਰੋਟੀ ਵਾਸਤੇ, ਉਹਦੇ ਨਾਲ ਕੋਈ ਨਫ਼ਰਤ ਨਹੀਂ, ਕੋਈ ਉਹ ਨੀਵਾਂ ਨਹੀਂ ਹੋ ਜਾਂਦਾ। ਤੇ ਕੋਈ ਜਿਹੜਾ ਹੋਰ ਕੋਈ ਬਹੁਤ ਵੱਡਾ ਬਿਜ਼ਨਸਮੈਨ ਹੋਵੇ ਉਹ ਕੋਈ ਉੱਚਾ ਨਹੀਂ ਹੋ ਸਕਦਾ। ਰਾਜਾ, ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ, ਸਾਨੂੰ ਸਮਝਣ ਦੀ ਗੱਲ ਹੈ ਕਿ ਜਿੰਨੇ ਵੀ ਸੂਰਮੇ ਹਨ, ਰਾਜੇ ਹਨ, ਇਹ ਸਾਰੇ ਹਨ, ਇਹਨਾਂ ਦੀ ਬਰਾਬਰੀ ਜਿਹੜੀ ਹੈ ਭਗਤਾਂ ਨਾਲ ਨਹੀਂ ਹੋ ਸਕਦੀ। ਭਗਤਾਂ ਦੀ ਅਵਸਥਾ ਬਹੁਤ ਉੱਚੀ ਹੈ, ਜਿਹੜੇ ਹਮੇਸ਼ਾ ਹੀ ਦਿਨ ਰਾਤ ਉਸ ਪਰਮਾਤਮਾ ਦੇ ਆਠ ਪੈਰ ਪ੍ਰਭ ਸਦਾ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਉਹਨਾਂ ਦੀ ਅਵਸਥਾ ਬਹੁਤ ਉੱਚੀ ਹੈ, ਉਹ ਸੱਚਖੰਡ ਵਾਲੀ ਅਵਸਥਾ ਹੈ। ਤੋ ਭਾਵੇਂ ਮਨੁੱਖ ਸਾਰੇ ਬਰਾਬਰ ਹਨ, ਤੋ ਇਸ ਕਰਕੇ ਉਹਨਾਂ ਨਾਲ ਕਿਸੇ ਵੀ ਤਰੀਕੇ ਦੇ ਨਾਲ ਨੀਵਿਆਂ ਨਹੀਂ, ਉਹਨਾਂ ਨਾਲ ਵਿੱਚ ਵਿਵਹਾਰ ਨਹੀਂ ਕੀਤਾ ਜਾ ਸਕਦਾ। ਤੋ ਇਸੇ ਕਰਕੇ ਹੀ ਜਿਹੜੇ ਲੰਗਰ ਪ੍ਰਥਾ ਵੀ ਚਲਾਈ ਗਈ ਔਰ ਸਾਰਿਆਂ ਨਾਲ ਇੱਕ ਤਰ੍ਹਾਂ ਬੈਠ ਕੇ ਸਰੋਵਰ ਵੀ ਬਣਾਏ ਗਏ, ਤਾਂ ਕਿ ਉਹ ਸਾਰੇ ਹੀ ਜਿਸ ਵੀ ਜਗ੍ਹਾ ਤੋਂ ਆਉਂਦੇ ਹਨ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਂ ਵਰਨਾ ਕੋ ਸਾਂਝੇ ਦੀ ਗੱਲ ਹੈ ਕਿ ਕੋਈ ਵੀ ਆ ਕਰਕੇ ਗੁਰੂ ਘਰ ਦੇ ਵਿੱਚ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕ ਸਕਦਾ ਹੈ ਔਰ ਸੰਗਤ ਵਿੱਚ ਬੈਠ ਕਰਕੇ ਉਹ ਪ੍ਰਭੂ ਦਾ ਸਿਮਰਨ ਕਰ ਸਕਦਾ ਹੈ, ਗੁਰੂ ਉਪਦੇਸ਼ਾਂ ਨਾਲ ਜੁੜ ਸਕਦਾ ਹੈ, ਭਗਤੀ ਭਾਵਨਾ ਆਪਣੀ ਕਰ ਸਕਦਾ ਹੈ। ਫਿਰ ਨਿਰਭਉ ਤੇ ਨਿਰਵੈਰਤਾ ਦਾ ਉਪਦੇਸ਼ ਸਤਿਗੁਰਾਂ ਨੇ ਸਾਨੂੰ ਦਿੱਤਾ ਕਿ ਅਸੀਂ ਆਪਣੇ ਅੰਦਰੋਂ ਜਿਹੜੀ ਸਾਡੀ ਦੇਵੀ ਦੇਵਤਿਆਂ ਦੇ ਤਰੀਕੇ ਨਾਲ ਅਸੀਂ ਲਾਚਾਰ ਹੋ ਸਕਦੇ ਹਾਂ। ਅਸੀਂ ਵੇਖ ਰਿਹਾ ਕਿ ਜ਼ੁਲਮ ਜ਼ਬਰ ਦੇ ਵਿਰੁੱਧ ਅਸੀਂ ਬੋਲ ਵੀ ਨਹੀਂ ਸਕਦੇ, ਤੇ ਸਤਿਗੁਰਾਂ ਨੇ ਸੂਰਮਿਆਂ ਨੂੰ ਵੰਗਾਰਿਆ ਤੇ ਲੋਕਾਂ ਨੂੰ ਨਿਡਰ ਹੋ ਕੇ ਜ਼ੁਲਮ ਦਾ ਟਾਕਰਾ ਕਰਨ ਦੀ ਪ੍ਰੇਰਣਾ ਦਿੱਤੀ ਔਰ ਆਪ ਵੀ ਜਿਹੜਾ ਬਾਬਰ ਚੜ੍ਹ ਕੇ ਆਇਆ ਸੀ ਉਸ ਦੇ ਵੀ ਸਾਹਮਣੇ ਖਲੋ ਕਰਕੇ ਉਸ ਨੂੰ ਵੰਗਾਰਿਆ। ਤੋ ਇਹ ਗੱਲ ਅਸੀਂ ਪਿਛਲੀ ਵਾਰੀ ਆਪ ਜੀ ਨਾਲ ਵਿਚਾਰ ਕੀਤੀ ਹੈ। ਤਾਂ ਅੱਜ ਸਤਿਗੁਰਾਂ ਨੇ ਜੋ ਸਾਨੂੰ ਸਾਡਾ ਜੀਵਨ ਨਿਰਵਾਹ ਹੈ, ਜਿਹੜਾ ਸਾਡਾ ਵਿਵਹਾਰ ਹੈ ਜ਼ਿੰਦਗੀ ਦਾ, ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਉਸ ਵਿੱਚ ਰਿਸ਼ਵਤਖੋਰੀ, ਵੱਡੀ ਆਦਿ ਦਾ ਜਿਹੜਾ ਉਸ ਤੇ ਆਚਰਨ ਦੇ ਬਾਰੇ ਜਿਹੜੇ ਐਸਾ ਕਰਦੇ ਹਨ, ਸਾਨੂੰ ਸਤਿਗੁਰੂ ਨਾਨਕ ਪਾਤਸ਼ਾਹ ਨੇ ਕੀ ਉਪਦੇਸ਼ ਦਿੱਤਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਚਾਹੁੰਦੇ ਹਨ ਕਿ ਮਨੁੱਖਾਂ ਦਾ ਆਚਰਨ ਸੱਚ ਉੱਤੇ ਆਧਾਰਿਤ ਹੋਵੇ, ਕੋਈ ਕਿਸੇ ਦਾ ਹੱਕ ਨਾ ਮਾਰੇ, ਅਦਾਲਤਾਂ ਇਨਸਾਫ ਕਰਨ, ਜੱਜ ਵੀ ਪੈਸੇ ਲੈ ਕੇ ਆਪਣੇ ਫੈਸਲੇ ਨਾ ਬਦਲਣ ਤੇ ਨਾ ਹੀ ਬੇਦੋਸ਼ੇ ਲੋਕਾਂ ਦਾ ਨੂੰ ਦੋਸ਼ੀ ਠਹਿਰਾਉਣ, ਕਿਉਂਕਿ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਦੀ ਗੱਲ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਅੰਦਰ ਭਾਈ ਗੁਰਦਾਸ ਜੀ ਨੇ ਕੀਤੀ ਹੈ। ਤੇ ਫਿਰ ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਏ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਬਰ। ਕਿ ਇਹ ਜਿਹੜੀ ਰਈਆ ਸੀ, ਜਿਹੜੀ ਰਈਅਤ ਸੀ, ਪ੍ਰਜਾ ਸੀ, ਲੋਕ ਸਨ, ਉਹਨਾਂ ਨੂੰ ਲੁੱਟਣ ਦਾ ਕੰਮ ਜਿਹੜੇ ਉਹ ਕਰ ਰਹੇ ਸਨ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ, ਕਿ ਉਹ ਕਿਸੇ ਦੀ ਕੋਈ ਪ੍ਰਾਈਵੇਸੀ ਨਹੀਂ ਸੀ, ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਘਰ ਬੈਠ ਵਿੱਚ ਆਰਾਮ ਨਹੀਂ ਸੀ ਕਰ ਸਕਦਾ। ਰਾਜੇ ਦੇ ਜਿਹੜੇ ਨੌਕਰ ਚਾਕਰ ਸਨ, ਜਿਨ੍ਹਾਂ ਨੂੰ ਬਘਿਆੜਾਂ ਦਾ ਰੂਪ ਦਿੱਤਾ, ਵਰਣਨ ਕੀਤਾ ਗਿਆ
ਕਿ ਉਹ ਆ ਕਰਕੇ ਉਹਨਾਂ ਨੂੰ ਜ਼ਬਰਦਸਤੀ ਜਿਹੜੀ ਆ ਉਹਨਾਂ ਤੋਂ ਜਿਹੜੀ ਆ ਰਿਸ਼ਵਤ ਮੰਗਦੇ ਸਨ, ਉਹ ਲੈਂਦੇ ਸਨ। ਤੋਂ ਜਿਹੜੀ ਕਾਜੀ ਦੇ ਬਾਰੇ ਵੀ ਗੱਲ ਕਹੀ ਹੈ ਕਿ ਉਹ ਵੱਡੀ ਲੈ ਕੇ ਹੱਕ ਗਵਾਉਂਦਾ ਹੈ, ਤੇ ਉਸ ਨੂੰ ਵੀ ਰਾਜੇ ਦੀ ਜਿਹੜੀ ਗੱਲ ਕਹੀ ਹੈ ਕਿ ਰਾਜਾ ਜਿਹੜਾ ਹੈ ਚੁੱਲੀ ਨਿਆਉ ਕੀ, ਕਿ ਰਾਜੇ ਦੀ ਜੋ ਅਸਲ ਵਿੱਚ ਪਵਿੱਤਰਤਾ ਹੈ, ਜਿਵੇਂ ਬ੍ਰਾਹਮਣ ਜਿਹੜੇ ਹਨ ਉਹ ਚੁੱਲੀ ਕਰਦੇ ਸਨ, ਪਾਣੀ ਨਾਲ ਚੁਲੀਆਂ ਕਰ ਕਰਕੇ ਤੇ ਬਾਹਰ ਪਾਣੀ ਸੁੱਟੀ ਜਾਂਦੇ ਸਨ, ਤੇ ਉਹ 101 ਚੁਲੀ ਕਰਨ ਤੋਂ ਬਾਅਦ ਸਮਝਦੇ ਸਨ ਕਿ ਸਾਡਾ ਮੂੰਹ ਹੁਣ ਪਵਿੱਤਰ ਹੋ ਗਿਆ। ਤੋਂ ਇਸ ਤਰ੍ਹਾਂ ਸਤਿਗੁਰੂ ਨੇ ਸਾਨੂੰ ਬਾਣੀ ਵਿੱਚ ਇਹ ਗੱਲ ਬੜੀ ਢੰਗ ਨਾਲ ਸਮਝਾਈ ਹੈ ਕਿ ਇਹ ਚੁਲੀਆਂ ਜਿਹੜੀਆਂ ਹਨ ਉਹ ਅਲੱਗ-ਅਲੱਗ ਵਰਗ ਦੀਆਂ ਅਲੱਗ-ਅਲੱਗ ਤਰੀਕੇ ਨਾਲ ਜਿਹੜੀ ਹੈ ਉਹ ਸਮਝਾਈਆਂ ਹਨ। ਬ੍ਰਾਹਮਣ ਦੀ ਕੀ ਚੁਲੀ ਹੈ, ਔਰ ਜਿਹੜੀ ਰਾਜੇ ਦੀ ਚੁਲੀ ਕੀ ਹੈ, ਜਿਹੜੇ ਜੋਗੀ ਦੀ ਚੁਲੀ ਕੀ ਹੈ, ਔਰ ਜਿਹੜਾ ਸੱਚੇ ਆਚਰਨ ਵਾਲਾ ਬੰਦਾ ਹੈ, ਜਿਹੜਾ ਸੰਤੋਖੀ ਹੈ, ਬ੍ਰਾਹਮਣ ਹੈ, ਉਹਨੂੰ ਸੰਤੋਖ ਹੋਣਾ ਚਾਹੀਦਾ ਹੈ। ਤਾਂ ਇਹ ਸਾਰੇ ਜਿਹੜੇ ਹਨ ਉਹ ਮੈਂ ਜ਼ਿਆਦਾ ਵਿਸਤਾਰ ਵਿੱਚ ਨਾ ਜਾਵਾਂ ਕਿ ਉਹ ਚੀਜ਼ਾਂ ਗੁਰਬਾਣੀ ਅੰਦਰ ਸਾਨੂੰ ਸਮਝਾਈਆਂ ਕਿ ਅਸਲ ਵਿੱਚ ਨਾਨਕ ਸੱਚ ਧਿਆਈਏ, ਸੁਚ ਹੋਵੇ ਤਾਂ ਸੱਚ ਪਾਈਏ, ਕਿ ਪ੍ਰਭੂ ਦੇ ਧਿਆਨ ਦੇ ਨਾਲ ਹੀ ਸਾਡਾ ਜਿਹੜਾ ਮੁਖ ਸੋਚਾ ਹੋ ਸਕਦਾ ਹੈ। ਮਨ ਸੱਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਔਰਨ ਬਿਨ ਕੋਏ, ਔਰ ਨਾ ਦੇਖੇ, ਜਿਹੜਾ ਕਿਸੇ ਦੇ ਹੋਰ ਤਰੀਕੇ ਨੂੰ ਨਾ ਦੇਖੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਦੇਖੇ ਇਕਸ ਬਿਨ ਕੋਏ। ਕਹੋ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਤੋ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਕਿ ਜਿਹੜਾ ਮਨ ਵਿੱਚ ਵੀ ਸੁੱਚਾ ਹੋਵੇ ਔਰ ਆਪਣੇ ਤਨ ਵਿੱਚ ਵੀ ਸੁੱਚਾ ਹੋਵੇ। ਤੋ ਤਨ ਤਾਂ ਪਵਿੱਤਰ ਹੋ ਸਕਦਾ ਹੈ ਜੇ ਮਨ ਜਿਹੜਾ ਹੈ ਉਹ ਪਵਿੱਤਰ ਹੈ, ਤੇ ਜੇ ਮਨ ਮੈਲੇ ਹੈ ਸਭ ਕੁਝ ਮੈਲਾ, ਤੇ ਤਨ ਧੋਤੇ ਮਨ ਅੱਛਾ ਨਾ ਹੋਈ। ਤਨ ਧੋਣ ਦੇ ਨਾਲ ਮਨ ਅੱਛਾ ਨਹੀਂ ਹੋ ਸਕਦਾ। ਤੋ ਇਹ ਗੱਲਾਂ ਸਾਨੂੰ ਸਤਿਗੁਰਾਂ ਨੇ ਸਮਝਾਈਆਂ ਹਨ। ਫਿਰ ਇੱਕ ਗੱਲ ਹੋਰ ਸਾਨੂੰ ਬੜੀ ਪਾਏਦਾਰ ਗੱਲ ਸਮਝਾ ਰਹੇ ਹਨ ਕਿ ਇਸਤਰੀ ਪੁਰਖ ਦੇ ਸੰਬੰਧ ਕੀ ਹਨ। ਬਹੁਤੇ ਸਾਡੇ ਸਮਾਜ ਦੇ ਵਿੱਚ ਜੋ ਸਮਾਜ ਵਿੱਚ ਟੁੱਟ ਆ ਰਹੀ ਹੈ, ਜੋ ਵਖਰੇਵਾਂ ਆ ਰਿਹਾ ਹੈ, ਜੋ ਪ੍ਰੋਬਲਮ ਆ ਰਹੀਆਂ ਹਨ ਗ੍ਰਸਥ ਦੇ ਵਿੱਚ, ਉਹ ਇਸ ਕਰਕੇ ਹਨ ਕਿ ਇਸਤਰੀ ਔਰ ਪੁਰਖ ਦਾ ਆਪਸ ਵਿੱਚ ਤਾਲਮੇਲ ਨਹੀਂ ਹੈ, ਅੰਡਰਸਟੈਂਡਿੰਗ ਨਹੀਂ ਹੈ, ਲੈਕ ਆਫ ਅੰਡਰਸਟੈਂਡਿੰਗ ਨਹੀਂ ਹੈ। ਬੰਦਾ ਸਮਝਦਾ ਹੈ ਕਿ ਮੈਂ ਤਾਕਤਵਰ ਹਾਂ, ਮੈਂ ਕਿਉਂ ਇਸਤਰੀ ਦੀ ਗੱਲ ਮੰਨਾਂ, ਤੇ ਇਸਤਰੀ ਕਹਿੰਦੀ ਹੈ ਕਿ ਮੈਂ ਵੀ ਉਨੀ ਪਾਵਰਫੁਲ ਹਾਂ, ਮੈਂ ਵੀ ਸਭ ਕਮਾਨ ਦੀਆਂ ਬਰਾਬਰ ਦੇ ਹੱਕ ਰੱਖਦੀ ਹਾਂ, ਮੈਂ ਕਿਉਂ ਮਰਦ ਦੇ ਅਧੀਨਗੀ ਹੋ ਕੇ ਚੱਲਾਂ। ਤੋ ਇਸ ਗੱਲ ਨੂੰ ਸਤਿਗੁਰਾਂ ਨੇ ਬੜੇ ਢੰਗ ਦੇ ਨਾਲ ਸਾਨੂੰ ਸਮਝਾਇਆ ਹੈ ਕਿ ਜਿਹੜਾ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੈ, ਉਹ ਅੰਡਰਸਟੈਂਡਿੰਗ ਨਾਲ ਹੀ ਜੇ ਇਸਤਰੀ ਠੀਕ ਹੈ ਤੇ ਮਰਦ ਨੂੰ ਉਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ, ਤੇ ਜੇ ਮਰਦ ਠੀਕ ਹੈ ਤੇ ਇਸਤਰੀ ਨੂੰ ਉਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ। ਇੱਕ ਦੂਜੇ ਦੇ ਉੱਤੇ ਆਪਣੀ ਗੱਲ ਥੋਪਣੀ ਨਹੀਂ ਚਾਹੀਦੀ, ਅੰਡਰਸਟੈਂਡਿੰਗ ਜਿਹੜੀ ਹੈ ਰੱਖਣੀ ਚਾਹੀਦੀ ਹੈ, ਤੇ ਤਾਂ ਹੀ ਇਸ ਗ੍ਰਸਥ ਦਾ ਮਾਰਗ ਜਿਹੜਾ ਹੈ ਉਹ ਸੁਖਾਵਾਂ ਹੋ ਸਕਦਾ ਹੈ। ਨਹੀਂ ਤੇ ਫਿਰ ਟੁੱਟਦਿਆਂ ਦੇਰ ਨਹੀਂ ਲੱਗਦੀ ਕਿ ਇਸੇ ਕੋਰਟ ਵਿੱਚ ਕਈ ਕੇਸ ਹਨ ਜਿਨ੍ਹਾਂ ਦੇ ਅੰਦਰ ਡਾਈਵੋਰਸ ਹੋ ਰਹੇ ਹਨ। ਤਾਂ ਇਹ ਬੜੀ ਅਨਫੋਰਚੂਨੇਟ ਚੀਜ਼ ਹੈ ਕਿ ਜਿੱਥੇ ਇਹਨਾਂ ਪਰਿਵਾਰ ਉਦਮ ਕਰਦੇ ਹਨ, ਮਰਦ ਔਰ ਇਸਤਰੀ ਨੂੰ, ਬੱਚੀ ਨੂੰ ਮਿਲਾਉਂਦੇ ਹਨ, ਲੇਕਿਨ ਉੱਥੇ ਲੈਕ ਆਫ ਅੰਡਰਸਟੈਂਡਿੰਗ ਕਰਕੇ ਇਹ ਪਰਿਵਾਰ ਜਿਹੜੇ ਹਨ ਟੁੱਟ ਰਹੇ ਹਨ। ਤੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਇਸਤਰੀ ਪੁਰਖ ਜੀਵਨ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਇੱਕ ਦੂਜੇ ਲਈ ਦੁੱਖ ਸਹਿਣ ਤੇ ਕੁਰਬਾਨੀ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਮੈਨੂੰ ਯਾਦ ਹੈ ਕਿ ਇੱਕ ਵਾਰੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਕਥਾ ਕਰ ਰਹੇ ਸਨ, ਤਾਂ ਉਹਨਾਂ ਨੇ ਇਹ ਗੱਲ ਬੜਾ ਪ੍ਰਮਾਣ ਦਿੱਤਾ ਗੁਰਬਾਣੀ ਦੇ ਆਧਾਰ ਦੇ ਉੱਪਰ ਕਿ ਪੈਰ ਜਿਹੜਾ ਹੈ, ਦੋ ਪੈਰ ਹਨ, ਲੇਕਿਨ ਦੋ ਪੈਰ ਜਿਹੜੇ ਹਨ ਜੇ ਇੱਕ ਜਗ੍ਹਾ ਖੜੇ ਰਹਿਣਗੇ ਤੇ ਬੰਦਾ ਅੱਗੇ ਨਹੀਂ ਤੁਰ ਸਕਦਾ, ਕਿ ਦੋਨੋਂ ਆਪਣੀ ਥਾਂ ਤੇ ਖੜੇ ਹੋਣ ਕਿ ਮੈਂ ਕਿਉਂ ਪਿੱਛੇ ਰਹਿ ਜਾਵਾਂ, ਮੈਂ ਵੀ ਅੱਗੇ ਜਾਵਾਂ ਛੜੱਪੇ ਮਾਰ ਕੇ। ਤਾਂ ਪ੍ਰੋਫੈਸਰ ਸਾਹਿਬ ਨੇ ਇਹ ਗੱਲ ਸਮਝਾਈ ਕਿ ਜਦੋਂ ਇੱਕ ਪੈਰ ਅੱਗੇ ਜਾਂਦਾ ਤੇ ਦੂਜਾ ਪਿੱਛੇ ਵਾਲਾ ਉਹਨੂੰ ਕਹਿੰਦਾ ਭਰਾ ਤੂੰ ਅੱਗੇ ਚੱਲ, ਮੈਂ ਤੈਨੂੰ ਪੂਰਾ ਸਪੋਰਟ ਕਰ ਰਿਹਾ। ਤੇ ਜਦੋਂ ਉਹ ਅੱਗੇ ਪਹੁੰਚ ਜਾਂਦਾ ਹੈ ਪੈਰ ਅਗਲੇ ਵਾਲਾ, ਤੇ ਉਹ ਹੁਣ ਪਿੱਛੇ ਵਾਲੇ ਨੂੰ ਆਵਾਜ਼ ਮਾਰਦਾ ਕਿ ਤੂੰ ਵੀ ਭਰਾ ਅੱਗੇ ਆ ਜਾ, ਤੇ ਆਪਾਂ ਹੁਣ ਆਪਣੀ ਮੰਜ਼ਿਲ ਵੱਲ ਵਧਦੇ ਹਾਂ। ਤਾਂ ਇਸ ਤਰ੍ਹਾਂ ਸਟੈਪ ਬਾਈ ਸਟੈਪ ਇੱਕ ਪੈਰ ਅੱਗੇ ਗਿਆ, ਦੂਜਾ ਫਿਰ ਪਿੱਛੇ ਰਹਿ ਗਿਆ, ਫਿਰ ਦੂਜਾ ਅੱਗੇ ਗਿਆ ਤੇ ਪਹਿਲੇ ਵਾਲੇ ਨੇ ਉਹਨੂੰ ਸਪੋਰਟ ਕੀਤਾ। ਤੋ ਇਸ ਤਰ੍ਹਾਂ ਇਹ ਜੋ ਅੰਡਰਸਟੈਂਡਿੰਗ ਹੈ ਮਰਦ ਇਸਤਰੀ ਦੇ ਵਿੱਚ, ਇਹ ਸਾਨੂੰ ਸਮਝਾਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ। ਤੇ ਦੋਹਾਂ ਦੇ ਵਿੱਚ ਇੱਕ ਦੂਜੇ ਲਈ ਦੁੱਖ ਸਹਿਣ ਤੇ ਕੁਰਬਾਨੀ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਜਿਵੇਂ ਮੈਂ ਹੁਣੇ ਪੈਰ ਦਾ ਐਗਜ਼ਾਮਪਲ ਦਿੱਤਾ ਹੈ। ਤੋ ਪੁਰਖ ਇਸਤਰੀ ਨੂੰ ਕੇਵਲ ਜਿਨਸੀ ਭੁੱਖ ਮਿਟਾਉਣ ਦਾ ਸਾਧਨ ਹੀ ਨਹੀਂ ਸਮਝਣਾ ਚਾਹੀਦਾ,
ਕਿ ਇਹ ਨਹੀਂ ਹੈ ਕਿ ਸਿਰਫ ਅਸੀਂ ਮੈਰਿਜ ਸੈਕਸ ਵਾਸਤੇ ਕਰਨੇ ਆ। ਸੈਕਸ ਤੇ ਇੱਕ ਕੁਦਰਤੀ ਚੀਜ਼ ਹੈ ਜਿਹੜੀ ਕਿ ਜ਼ਰੂਰੀ ਹੈ ਮਨੁੱਖਤਾ ਨੂੰ ਅੱਗੇ ਵਧਾਉਣ ਵਾਸਤੇ, ਲੇਕਿਨ ਇਹ ਸਿਰਫ ਇੱਕੋ ਇਹੀ ਕਾਰਨ ਨਹੀਂ ਹੈ। ਗੁਰਬਾਣੀ ਵੀ ਸਾਨੂੰ ਇਹ ਸਮਝਾਇਆ ਕਿ ਧਨ ਫਿਰ ਇਹ ਨਾ ਆਖੀਏ। ਬਹਿ ਨਹੀਂ ਇਕੱਠੇ ਹੋਏ ਕਿ ਇੱਕ ਦੋ ਬੰਦੇ ਮਰਦ ਔਰ ਇਸਤਰੀ ਇਕੱਠੇ ਬਹਿ ਜਾਣ ਤੇ ਉਹਨਾਂ ਨੂੰ ਇਸਤਰੀ ਪੁਰਖ ਨਹੀਂ ਕਹਿ ਸਕਦੇ ਉਸ ਸਟੇਟਸ ਦੇ ਹਿਸਾਬ ਨਾਲ ਕਿ ਜਦੋਂ ਉਹਨਾਂ ਨੇ ਇੱਕ ਦੂਜੇ ਨੂੰ ਪ੍ਰੇਰਨਾ ਦੇਣੀ ਹੈ। ਤੇ ਉਹ ਕੌਣ ਹਨ ਜਿਹੜੇ ਇਸਤਰੀ ਪੁਰਖ ਹਨ? ਏਕ ਜੋਤ ਦੋਏ ਮੂਰਤੀ ਧਨ ਫਿਰ ਕਈ ਅਸੋਏ। ਦੇਖਣ ਨੂੰ ਉਹ ਦੋ ਨਜ਼ਰ ਆਉਂਦੇ ਹੋਣ, ਲੇਕਿਨ ਜਾਨ ਉਹਨਾਂ ਦੀ ਇੱਕ ਹੋਵੇ, ਸੋਚ ਉਹਨਾਂ ਦੀ ਇੱਕ ਹੋਵੇ, ਤਿਆਗ ਔਰ ਬਲਿਦਾਨ ਕਰਨ ਦੀ ਭਾਵਨਾ ਉਹਨਾਂ ਦੀ ਇੱਕੋ ਜਿਹੀ ਹੋਵੇ, ਤੇ ਤਾਂ ਹੀ ਉਹ ਇਸਤਰੀ ਪੁਰਖ ਜਿਹੜੇ ਹਨ ਉਹਨਾਂ ਨੂੰ ਅਸੀਂ ਕਿਹਾ ਜਾ ਸਕਦਾ ਹੈ ਕਿ ਇਹ ਸੱਚੇ ਗ੍ਰਸਤੀ ਹਨ। ਤੇ ਇਹ ਕਰਕੇ ਕਿ ਜੇਕਰ ਗ੍ਰਸਤ ਕਰਨਾ ਹੈ, ਜੋ ਗ੍ਰਹਿ ਕਰੋ ਤੋ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਂ ਕੋ ਬਹੁਤ ਬੜੋ ਅਭਾਗ। ਕਿ ਜੇਕਰ ਗ੍ਰਸਤੀ ਹੈ ਤਾਂ ਤੇ ਗ੍ਰਹਿ ਕਰ ਤੇ ਧਰਮ ਦਾ ਕਰ। ਭਾਵ ਧਰਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ, ਪ੍ਰਭੂ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ, ਸਤ ਸੰਤੋਖ ਦਇਆ ਧਰਮ ਧੀਰਜ ਨੂੰ ਆਪਣੇ ਅੰਦਰ ਧਾਰਨ ਕਰਨ ਦੀ ਗੱਲ ਕਰ ਤੇ ਆਪਣੇ ਅੰਦਰੋਂ ਇਸ ਵਿਸ਼ੇ ਵਿਕਾਰਾਂ ਨੂੰ ਦੂਰ ਕਰ। ਤਾਂ ਹੀ ਇਹ ਧਨ ਔਰ ਪੀਰ ਦੀ ਅਵਸਥਾ ਜਿਹੜੀ ਹੈ ਇਹ ਹੋ ਸਕਦੀ ਹੈ, ਕਾਮਯਾਬ ਗ੍ਰਸਤ ਧਰਮ ਹੋ ਸਕਦਾ ਹੈ। ਔਰ ਇਸ ਨੂੰ ਹੀ ਗੁਰੂ ਸਾਹਿਬ ਨੇ ਇਹ ਗੱਲ ਕਹੀ ਵੀ ਗੁਰਬਾਣੀ ਅੰਦਰ ਵੀ ਸਾਨੂੰ ਭਾਈ ਗੁਰਦਾਸ ਜੀ ਦਾ ਵੀ ਸਾਨੂੰ ਕਥਨ ਮਿਲਦੇ ਹਨ ਕਿ ਸਗਲ ਧਰਮ में गृहस्थ प्रधान है, ज्ञानन में ज्ञान और ध्यानन में ध्यान गुर, सगल धर्म में गृहस्थ प्रधान है। तो गृहस्थ की प्रधानता गुरु नानक पातशाह जी ने अपने जीवन ਵਿੱਚ ਸ਼ੁਰੂ ਤੋਂ ਹੀ ਲੇ ਡਾਊਨ ਕਰ ਦਿੱਤੀ ਕਿ ਬਾਕੀ ਵੀ ਜਿਹੜੇ ਗੁਰੂ ਹਨ ਉਹਨਾਂ ਦਾ ਜਿਸ ਵੇਲੇ ਵੀ ਆਨੰਦ ਕਾਰਜ ਦਾ ਸਮਾਂ ਆਇਆ, ਉਮਰ ਹੋਈ, ਤਾਂ ਉਹਨਾਂ ਦੇ ਆਨੰਦ ਕਾਰਜ ਜਿਹੜੇ ਹਨ ਉਹ ਹੋਏ ਹਨ। तो ਇਸ ਕਰਕੇ ਸਿੱਖ ਧਰਮ ਜਿਹੜਾ ਹੈ ਇੱਕ ਤੇ ਵਿਰੜਾ ਦਾ ਧਰਮ ਨਹੀਂ ਹੈ ਔਰ ਦੂਸਰਾ ਇਹ ਬ੍ਰਹਮਚਾਰੀਆਂ ਦਾ ਧਰਮ ਨਹੀਂ ਹੈ। ਤੇ ਇਸ ਕਰਕੇ ਜੇਕਰ ਬ੍ਰਹਮਚਾਰੀ ਦੀ ਗੱਲ ਹੋਵੇ ਤਾਂ ਫਿਰ ਤੇ ਉਹ ਜਿਹੜੇ ਪੈਦਾ ਹੋ ਗਏ ਜੇ ਸਾਰੇ ਸੰਸਾਰ ਵਿੱਚ ਬ੍ਰਹਮਚਾਰੀਆਂ ਦਾ ਹੀ ਧਰਮ ਹੋ ਜਾਏ ਤੇ ਫਿਰ ਤੇ ਅੱਗੋਂ ਸ੍ਰਿਸ਼ਟੀ ਦਾ ਅੰਤ ਹੋ ਜਾਏਗਾ। ਤਾਂ ਐਸੀ ਗੱਲ ਨਹੀਂ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਕਹਿੰਦੀ ਹੈ ਕਿ ਗ੍ਰਸਤ ਵਾਲਾ ਧਰਮ ਹੈ ਔਰ ਗ੍ਰਸਤ ਦੇ ਨਾਲ ਹੀ ਅਸੀਂ ਆਪਣੇ ਜੀਵਨ ਦੀ ਗੱਡੀ ਨੂੰ ਅੱਗੇ ਵਧਾਉਣਾ ਹੈ। ਤਾਂ ਦੂਜੇ ਪਾਸੇ ਇਸਤਰੀ ਨੂੰ ਵੀ ਕੇਵਲ ਪੁਰਖ ਦੇ ਰੁਪਏ ਪੈਸੇ ਨਾਲ ਹੀ ਪਿਆਰ ਨਹੀਂ ਹੋਣਾ ਚਾਹੀਦਾ। ਜਿਵੇਂ ਸਾਨੂੰ ਹਦਾਇਤ ਮਿਲਦੀ ਹੈ ਬਾਣੀ ਚੋਂ ਕਿ ਇਸਤਰੀ ਪੁਰਖੇ ਦਾਮ ਹੇਤ ਭਾਵੇਂ ਜਾਏ ਕਿਥਾਂ ਲਿਆਹੀ। ਕਿ ਇਸਤਰੀ ਕਹਿੰਦੀ ਹੈ ਕਿ ਮੈਨੂੰ ਤੇ ਪੈਸੇ ਚਾਹੀਦੇ ਹਨ, ਤੂੰ ਜਿੱਥੋਂ ਮਰਜ਼ੀ ਲਿਆ, ਭਾਵੇਂ ਚੋਰੀ ਕਰਕੇ ਲਿਆ, ਭਾਵੇਂ ਯਾਰੀ ਕਰਕੇ ਲਿਆ, ਭਾਵੇਂ ਡਾਕੇ ਮਾਰ ਕੇ ਲਿਆ, ਮੈਨੂੰ ਤੇ ਪੈਸੇ ਚਾਹੀਦੇ ਹਨ। ਲੇਕਿਨ ਐਸੀ ਗੱਲ ਨਹੀਂ ਹੈ। ਇਸਤਰੀ ਪੁਰਖੇ ਦਾਮ ਹੇਤ ਭਾਵੇਂ ਜਾਏ ਕਿਥਾਂ ਲਿਆਈ, ਵਰਤਿਆ ਪਾਪ ਸਬਸ ਜਗਮਾਈ। तो सारे संसार अंदर इस तरह पाप वध रहा है, मिसअंडरस्टैंडिंग वध रही है। तो पैसे नाल ही प्यार नहीं होना चाहिए, गुणा नाल भी प्यार होना चाहिए। गुना का होवे वासला कड़ वास लीजिए। जे पुरख विच कोई गुण ਹਨ ਤਾਂ ਇਸਤਰੀ ਨੂੰ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ, ਤੇ ਜੇ ਇਸਤਰੀ ਵਿੱਚ ਕੋਈ ਗੁਣ ਹਨ ਤਾਂ ਪੁਰਖ ਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਔਰ ਦੋ ਪਹੀਏ ਸਮਝ ਕੇ ਇਸ ਗ੍ਰਸਤੀ ਦੀ ਗੱਡੀ ਨੂੰ ਅੱਗੇ ਤੋਰਨਾ ਚਾਹੀਦਾ ਹੈ। ਤੇ ਇਹ ਤਾਂ ਹੀ ਸੰਭਵ ਹੋਏਗਾ ਕਿ ਜੇਕਰ ਅਸੀਂ ਇਸਤਰੀ ਦੀ ਸਮਾਜ ਵਿੱਚ ਸਨਮਾਨਯੋਗ ਥਾਂ ਜਿਹੜੀ ਹੈ ਉਹ ਨੀਅਤ ਕਰਾਂਗੇ। ਤੋ ਇਹ ਗੱਲ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਕਿ ਸਮਾਜ ਵਿੱਚ ਸਨਮਾਨਯੋਗ ਥਾਂ ਹੋਣੀ ਚਾਹੀਦੀ ਹੈ। ਸ਼ਾਸਤਰਾਂ, ਸਿਮਰਤੀਆਂ ਅਤੇ ਯੋਗ ਮਾਦੇ ਸਿਖਾਏ ਹੋਏ ਲੋਕ ਇਸਤਰੀ ਤੋਂ ਨਫ਼ਰਤ ਕਰਦੇ ਸਨ। ਇਸਤਰੀ ਨੂੰ ਨਰਕ ਘੋਰ ਦਾ ਦੁਆਰਾ ਦੱਸਦੇ ਸਨ। ਇਸਤਰੀ ਨੂੰ ਇਹ ਕਹਿੰਦੇ ਸਨ ਵੀ ਇਹਨਾਂ ਦੀ ਮੱਤ ਜਿਹੜੀ ਹੈ ਉਹ ਗੁੱਤ ਪਿੱਛੇ ਹੈ ਜਾਂ ਅੱਡੀਆਂ ਦੇ ਬੋਲਣ। ਤੋ ਇਹ ਵੀ ਕਹਿੰਦੇ ਸਨ ਕਿ ਇਸਤਰੀ ਜਿਹੜੀ ਹੈ ਇਹ ਜਿਹੜੀ ਬਘਿਆੜਨ ਹੈ, ਅਗਰ ਇਸਤਰੀ ਦੇ ਪਿੱਛੇ ਲੱਗੋਗੇ, ਗ੍ਰਸਤ ਕਰੋਗੇ ਤਾਂ ਤੁਹਾਡਾ ਪਾਰ ਉਤਾਰਾ ਨਹੀਂ ਹੋ ਸਕਦਾ, ਤੁਸੀਂ ਸਵਰਗ ਦੇ ਵਾਸੀ ਨਹੀਂ ਹੋ ਸਕਦੇ, ਤੇ ਇਹ ਤੁਹਾਨੂੰ ਜਿਹੜੀ ਹੈ ਉਹ ਨਰਕ ਵਾਲੇ ਪਾਸੇ ਜਿਹੜੀ ਹੈ ਉਹ ਲੈ ਕੇ ਜਾਏਗੀ। ਤੋ ਇਸ ਇਹੋ ਜਿਹੇ ਵਿਚਾਰ ਜਿਹੜੇ ਹਨ ਉਹ ਹਰ ਧਰਮ ਦੇ ਲੋਕਾਂ ਨੇ ਸਾਨੂੰ ਜਿਹੜੇ ਹਨ ਉਹ ਮਨੁ ਸਿਮਰਤੀ ਵਾਲੇ ਵੀ ਇਹ ਕਹਿੰਦੇ ਨੇ ਕਿ ਢੋਰ ਗਵਾਰ ਸ਼ੂਦਰ ਪਸ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਕਿ ਸਾਰਿਆਂ ਨੂੰ ਤਾੜ ਕੇ ਰੱਖਣਾ ਚਾਹੀਦਾ, ਖਿੱਚ ਕੇ ਰੱਖਣਾ ਚਾਹੀਦਾ। ਢੋਲ ਹੋਵੇ, ਇਸਤਰੀ ਹੋਵੇ, ਢੋਰ ਐਨੀਮਲਸ ਹੋਣ ਜਾਂ ਗਵਾਰ ਲੋਕ ਹੋਣ ਜਿਹੜੇ ਅਨਪੜ੍ਹ ਹਨ, ਉਹਨਾਂ ਨੂੰ ਖਿੱਚ ਕੇ ਰੱਖਣਾ ਚਾਹੀਦਾ। ਭਾਵ ਉਹਨਾਂ ਨੂੰ ਮਤਲਬ ਹੈ ਕਿ ਬਰਾਬਰੀ ਨਹੀਂ ਦੇਣੀ ਚਾਹੀਦੀ ਹੈ।
ਉਹਨਾਂ ਦੇ ਉੱਪਰ ਹਮੇਸ਼ਾ ਕੋਈ ਨਾ ਕੋਈ ਤਲਵਾਰ ਲਟਕਦੀ ਰਹਿਣੀ ਚਾਹੀਦੀ ਹੈ। ਤੋ ਲੇਕਿਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਸਾਨੂੰ ਸਮਝਾਈ ਕਿ ਅੱਜ ਵੀ ਇਸਤਰੀ, ਜੇ ਅਗਰ ਅਸੀਂ ਦੂਸਰੇ ਆਪਣੇ ਮਤਾਂ ਦੀ ਗੱਲ ਕਰੀਏ ਤਾਂ ਸਾਡੇ ਵੀ ਜਿਹੜੇ ਸਨਾਤਨੀ ਮਤ ਵਾਲੇ ਹਨ, ਉਹਦੇ ਵਿੱਚ ਇਸਤਰੀ ਜਿਹੜਾ ਸਨਾਤਨ ਧਰਮ ਅੰਦਰ ਮੁੱਢਲਾ ਐਂਟਰੀ ਪੁਆਇੰਟ ਹੈ, ਜਿਹਦੇ ਅਨੁਸਾਰ ਕੋਈ ਵੀ ਸਨਾਤਨ ਧਰਮ ਵਿੱਚ ਦਾਖਲ ਹੋ ਸਕਦਾ ਹੈ, ਮੈਂਬਰ ਬਣ ਸਕਦਾ ਹੈ, ਤਾਂ ਉਹ ਹੈ ਉਹਨਾਂ ਦਾ ਜੰਝੂ ਪਾਉਣ ਦਾ। ਹਾਂ, ਇਹ ਗੱਲ ਅਲੱਗ ਹੈ ਕਿ ਬ੍ਰਾਹਮਣ ਅਲੱਗ ਤਰੀਕੇ ਦਾ ਜੰਝੂ ਪਾਉਂਦਾ ਹੈ, ਖੱਤਰੀ ਅਲੱਗ ਪਾਉਂਦਾ ਹੈ, ਵੈਸ਼ ਅਲੱਗ ਪਾਉਂਦਾ ਹੈ, ਤੇ ਸ਼ੂਦਰ ਵਿਚਾਰੇ ਨੂੰ ਤੇ ਜੰਝੂ ਪ੍ਰਾਪਤ ਹੀ ਨਹੀਂ ਹੁੰਦਾ, ਉਹਨੂੰ ਇਹਦਾ ਅਧਿਕਾਰ ਹੀ ਨਹੀਂ ਹੈ। ਤੋ ਜਿੱਥੇ ਸ਼ੂਦਰ ਨੂੰ ਅਧਿਕਾਰ ਨਹੀਂ ਹੈ, ਉੱਥੇ ਇਸਤਰੀ ਨੂੰ ਵੀ ਅਧਿਕਾਰ ਨਹੀਂ ਹੈ ਕਿ ਉਹ ਜਨੇਊ ਪਾ ਸਕੇ। ਤੋ ਉਹਨੂੰ ਪਹਿਲੀ ਗੱਲ ਇਹ ਹੈ ਕਿ ਜਿਸ ਵੇਲੇ ਔਰਤ ਨੂੰ ਤਿਰਸਕਾਰੋਗੇ, ਕਿ ਜਿਵੇਂ ਚੰਗੇ ਪਾਸੇ ਜਾਣ ਵਾਸਤੇ, ਧਰਮ ਦੇ ਕਰਮ ਵਾਸਤੇ ਇਸਤਰੀ ਨੂੰ ਜਿਹੜਾ ਸਤਿਕਾਰ ਨਾ ਦਿੱਤਾ ਜਾਏ, ਤਾਂ ਇਸਤਰੀ ਦੇ ਮਨ ਵਿੱਚ ਇੱਕ ਹੀਨ ਭਾਵਨਾ ਆ ਜਾਂਦੀ ਹੈ। ਤਾਂ ਫਿਰ ਉਹ ਬਰਾਬਰੀ ਦਾ ਪਹੀਆ ਨਾ ਹੋਇਆ ਨਾ, ਇੱਕ ਤੇ ਪਹੀਏ ਦੀ ਫੂਕ ਤੁਸੀਂ ਪਹਿਲੇ ਹੀ ਕੱਢ ਦਿੱਤੀ ਕਿ ਉਹਨੂੰ ਕਿਹਾ ਕਿ ਤੂੰ ਤੇ ਜੰਝੂ ਦੇ ਅਧਿਕਾਰੀ ਨਹੀਂ ਹੈ। ਤਾਂ ਉਹਦੇ ਅੰਦਰ ਮੁਸਲਮਾਨ ਔਰਤ ਅਜੇ ਵੀ ਮਸਜਿਦ ਵਿੱਚ ਉਪਦੇਸ਼ ਨਹੀਂ ਦੇ ਸਕਦੀ। ਕਿ ਕੋਈ ਵੀ ਵੂਮਨ ਇਨ ਇਸਲਾਮ ਇਜ਼ ਨਾਟ ਅ ਪ੍ਰੀਸਟ। ਮੁਸਲਮਾਨ ਜਿਹੜੀ ਹੈ, ਅੱਜ ਦਾ ਸਭਿਅਕ ਸਮਾਜ ਵੀ ਇਸਤਰੀ ਨੂੰ ਕਾਮ ਤ੍ਰਿਪਤੀ ਦਾ ਸਾਧਨ ਨਹੀਂ ਸਮਝਦਾ। ਅਸੀਂ 1600 ਦੀ ਬਾਣੀ ਰਾਤ ਨੂੰ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ਕਾਮ ਕ੍ਰੋਧ ਨਗਰ ਬਹੁ ਭਰਿਆ, ਕਿ ਜਦੋਂ ਵੀ ਅਸੀਂ ਕਿਸੇ ਚੀਜ਼ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਕਾਮ ਸਭ ਤੋਂ ਪਹਿਲਾਂ ਪ੍ਰਬਲ ਹੋ ਕੇ ਆਉਂਦਾ ਹੈ, ਔਰ ਕ੍ਰੋਧ ਵੀ। ਤੁਸੀਂ ਆਪਾਂ ਟੀਵੀ ਦੇ ਪ੍ਰੋਗਰਾਮ ਦੇਖ ਲਈਏ, ਅਸੀਂ ਅਖਬਾਰਾਂ ਦੇਖ ਲਈਏ, ਅਸੀਂ ਹੋਰ ਇੱਧਰ ਉੱਧਰ ਜਿਹੜੇ ਸਾਨੂੰ ਜਿਹੜੀਆਂ YouTube ਤੇ ਜਾਂ ਹੋਰ ਜਗ੍ਹਾ ਦੇ ਉੱਪਰ ਸਾਨੂੰ ਪੋਸਟ ਮਿਲੀਆਂ ਹਨ, ਉਹਨਾਂ ਵਿੱਚੋਂ ਅਸੀਂ ਇਵੈਲੂਏਟ ਕਰੀਏ ਕਿ ਉਹਦੇ 'ਚ 99% ਜਿਹੜੀਆਂ ਚੀਜ਼ਾਂ ਹਨ ਉਹ ਕਾਮ ਔਰ ਕ੍ਰੋਧ ਦੇ ਨਾਲ ਜਿਹੜੀਆਂ ਹਨ ਭਰੀਆਂ ਹੁੰਦੀਆਂ ਹਨ। ਤੇ ਉਹਨਾਂ ਦੀ ਨੰਗੇਜ਼ ਦੇ ਬਾਰੇ ਜਿਹੜੀ ਹੈ ਉਹ ਗੱਲ ਹੈਗੇ ਕਿ ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ ਦੀ ਗੱਲ ਜਦੋਂ ਅਸੀਂ ਗੁਰਬਾਣੀ ਦੇ ਤੇ ਵਿਚਾਰ ਕੀਤੀ ਹੈ, ਤੇ ਉਹੀ ਅਵਸਥਾ ਜਿਹੜੀ ਹੈ ਇਸ ਵਕਤ ਸੰਸਾਰ ਦੇ ਅੰਦਰ ਵਰਤ ਰਹੀ ਹੈ। ਤੋ ਇਸਤਰੀ ਨੂੰ ਕਾਮ ਤ੍ਰਿਪਤੀ ਦਾ ਸਾਧਨ ਸਮਝਿਆ ਜਾਂਦਾ ਹੈ, ਕਿਉਂਕਿ ਐਡਵਰਟਾਈਜ਼ਮੈਂਟ ਹੀ ਐਸੀ ਹੋ ਰਹੀ ਹੈ। ਉਹਨੂੰ ਘੱਟੋ ਘੱਟ ਕੱਪੜੇ ਜਿਹੜੇ ਆ ਪਾ ਕੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਕਿ ਜਿਹਦੇ ਚੰਗੇ ਬੜੇ ਮਰਦ ਨੇ ਕੋਟ ਪੈਂਟ ਪਾਇਆ ਹੁੰਦਾ, ਟਾਈ ਲਾਈ ਹੁੰਦੀ ਹੈ, ਲੇਕਿਨ ਉਹਦੇ ਮੁਕਾਬਲੇ ਇਸਤਰੀ ਜਿਹੜੀ ਹੈ ਉਹਦੇ ਬਹੁਤ ਹੀ ਘੱਟ ਕੱਪੜੇ ਹੁੰਦੇ ਹਨ, ਔਰ ਉਸ ਨੂੰ ਮਤਲਬ ਐਪਰੀਸ਼ੀਏਟ ਕੀਤਾ ਜਾਂਦਾ ਹੈ ਕਿ ਤੂੰ ਇਹ ਕਿੰਨੀ ਸੋਹਣੀ ਲੱਗ ਰਹੀ ਹੈ, ਭਾਵੇਂ ਉਹ ਵਿਚਾਰੀ ਦਾ ਠੰਡ ਨਾਲ ਬੁਰਾ ਹਾਲ ਹੁੰਦਾ ਹੋਵੇ। ਲੇਕਿਨ ਅਸੀਂ ਇਸ ਸਮਾਜ ਨੇ, ਇਸਤਰੀ ਪੁਰਖ ਪ੍ਰਧਾਨ ਸਮਾਜ ਨੇ ਇਸਤਰੀ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਟ੍ਰੀਟ ਕੀਤਾ ਹੋਇਆ ਹੈ। ਗੁਰੂ ਜੀ ਦਾ ਵਿਚਾਰ ਹੈ ਕਿ ਭਗਤਾਂ ਸੂਰਮਿਆਂ ਰਾਜਿਆਂ ਮਹਾਰਾਜਿਆਂ ਦੀ ਜਨਨੀ ਹੋਣ ਕਰਕੇ ਇਸਤਰੀ ਮਨੁੱਖ ਦੇ ਬਰਾਬਰ ਸਤਕਾਰ ਦੀ ਪਾਤਰ ਹੈ। ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਕਿ ਭੰਡ ਤੋਂ ਇਸਤਰੀ, ਭੰਡ ਦਾ ਭਾਵ ਇਸਤਰੀ ਹੈ, ਕਿ ਭੰਡ ਦੇ ਨਾਲ ਹੀ, ਇਸਤਰੀ ਦੇ ਨਾਲ ਹੀ ਸਾਡੇ ਸਾਰੇ ਸੰਜੋਗ ਹੁੰਦੇ ਹਨ। ਭੰਡ ਨਾਲ, ਇਸਤਰੀ ਨਾਲ ਹੀ ਸਾਡੀ ਇੰਗੇਜਮੈਂਟ ਹੁੰਦੀ ਹੈ, ਔਰ ਇਸਤਰੀ ਨਾਲ ਹੀ ਜਿਹੜੀ ਅਸੀਂ ਸਾਰੀ ਗੱਲ ਜਿਹੜੀ ਅਸੀਂ ਲੈ ਕੇ ਆਉਂਦੇ ਹਾਂ। ਤੋ ਇਸ ਗੱਲ ਨੂੰ ਸਾਨੂੰ ਸਮਝਣਾ ਵੀ ਚਾਹੀਦਾ ਹੈ ਕਿ ਇਹ ਜੋ ਗੱਲ ਅਸੀਂ ਹੁਣੇ ਗੱਲ ਕੀਤੀ ਆਪ ਜੀ ਦੇ ਨਾਲ ਕਿ ਢੋਰ ਗਵਾਰ ਸ਼ੂਦਰ ਪਸਨਾਰੀ, ਇਸ ਨੂੰ ਜਿਵੇਂ ਮਨੁ ਸਿਮਰਤੀ ਵਿੱਚ ਵੀ ਕੀਤਾ ਗਿਆ ਹੈ, ਔਰ ਇਹਨੂੰ ਤੁਲਸੀਦਾਸ ਨੇ ਵੀ ਆਪਣੇ ਉਸ ਰਵਾਇਣ ਦੇ ਅੰਦਰ ਇਸ ਦਾ ਜ਼ਿਕਰ ਕੀਤਾ ਹੈ। ਤੋ ਗੱਲ ਮੁੱਕਦੀ ਇਹ ਹੈ ਕਿ ਇਸਤਰੀ ਨੂੰ ਧਰਮ ਸ਼ਾਸਤਰਾਂ ਦੇ ਅੰਦਰ ਵੀ ਉਹਨੂੰ ਨੀਵੀਂ ਥਾਂ ਜਿਹੜੀ ਹੈ ਉਹ ਦਿਖਾਈ ਗਈ ਹੈ। ਤੋ ਇਹ ਜੋ ਬਰਾਬਰ ਦੀ ਸਤਕਾਰ ਦੀ ਗੱਲ ਹੈ ਉਹ ਨਹੀਂ ਹੈ। ਤੋ ਇਸਤਰੀ ਅਗਰ ਕਿਤੇ ਚਲਾਣਾ ਹੋ ਜਾਂਦਾ ਹੈ ਤਾਂ ਇਸਤਰੀ ਜਿਹੜੀ ਹੈ ਉਹ ਹੋਰ ਮਰਦ ਹੋਰ ਵਿਆਹ ਕਰ ਲੈਂਦਾ ਹੈ। ਲੇਕਿਨ ਇੱਥੇ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਹੈ ਕਿ ਜੇਕਰ ਕਿਸੇ ਔਰਤ ਦਾ ਜਿਹੜਾ ਮਰਦ ਪੂਰਾ ਹੋ ਜਾਂਦਾ ਹੈ, ਪਤੀ ਪੂਰਾ ਹੋ ਜਾਏ, ਤਾਂ ਉਸ ਪਤਨੀ ਨੂੰ ਜਿਹੜੀ ਰੀਮੈਰਿਜ ਕਰਨ ਦਾ ਅਧਿਕਾਰ ਨਹੀਂ ਹੈ। ਉਸ ਨੂੰ ਤਿਰਸਕਾਰਿਆ ਜਾਂਦਾ ਹੈ ਇੱਥੋਂ ਤੱਕ ਕਿ ਉਸ ਨੂੰ ਤਾਂ ਚਿਤਾ ਦੇ ਉੱਪਰ ਚੜ੍ਹ ਕੇ ਸਾੜਨ ਦੀ ਗੱਲ ਹੋ ਜਾਂਦੀ ਹੈ। ਇੰਨੇ ਵੱਡੇ ਰਾਜਪੂਤ ਰਾਜਿਆਂ ਦੀ ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ ਤਾਂ ਉੱਥੇ ਕਈ 100 ਰਾਣੀਆਂ ਜਿਹੜੀਆਂ ਹਨ, ਹਜ਼ਾਰਾਂ ਰਾਣੀਆਂ ਜਿਹੜੀਆਂ ਹਨ, ਉਹ ਅੱਗ ਦੇ ਵਿੱਚ ਆਪਣੇ ਪਤੀ ਦੇ ਨਾਲ ਸ਼ਿਖਾ ਵੀ ਸੜ ਕੇ ਜਿਹੜੀਆਂ ਉਹ ਸਤੀਆਂ ਹੋ ਜਾਂਦੀਆਂ ਹਨ। ਔਰ ਗੁਰਬਾਣੀ ਵੀ ਸਾਨੂੰ ਇਹ ਗੱਲ ਸਮਝਾਈ ਹੈ। ਸਿੱਖ ਮਤ ਦਾ ਵਿਚਾਰ ਐਵੇਂ ਨਹੀਂ ਬਣਿਆ ਹੈ, ਉਹ ਇਸ ਤਰ੍ਹਾਂ ਬਣਿਆ ਹੈ ਕਿ ਉਹਨਾਂ ਕਿਹਾ ਕਿ ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਾਣ।
ਕਿ ਜਿਹੜੀਆਂ ਮੜੀਆਂ ਦੇ ਨਾਲ ਜੜ ਕੇ ਸੜ ਜਾਣ ਪਤੀ ਪਿੱਛੇ, ਲੇਕਿਨ ਉਹ ਔਰਤਾਂ ਹਨ ਜਿਨ੍ਹਾਂ ਦਾ ਪਤੀ ਮਰ ਜਾਏ ਤੇ ਉਸ ਵਿਛੋੜੇ ਨੂੰ ਜਿਹੜੀਆਂ ਸਹਿੰਦੀਆਂ ਹਨ। ਤਾਂ ਇਹ ਗੱਲ ਹੈ ਕਿ ਔਰਤ ਦਾ ਪਤੀ ਅਗਰ ਮਰ ਜਾਂਦਾ ਹੈ ਤੇ ਔਰਤ ਨੂੰ ਬਜਾਏ ਸਤੀ ਕਰਨ ਦੇ ਉਸ ਨੂੰ ਇਹ ਚੁਆਇਸ ਹੋਣੀ ਚਾਹੀਦੀ ਹੈ ਕਿ ਉਸ ਦੀ ਵੀ ਰੀਮੈਰਿਜ ਹੋਵੇ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਦੀ ਸ਼ੁਰੂਆਤ ਕੀਤੀ। ਇੱਕ ਤੇ ਔਰਤਾਂ, ਮਰਦ ਤੇ ਖੁੱਲੇ ਮੂੰਹ ਸਾਹਮਣੇ ਜਾਂਦੇ ਸਨ, ਲੇਕਿਨ ਔਰਤਾਂ ਨੂੰ ਮੂੰਹ ਢੱਕ ਕੇ ਜਾਣਾ ਪੈਂਦਾ ਸੀ। ਅੱਜ ਵੀ ਸਾਡੇ ਕਈ ਐਸੇ ਇਸਲਾਮ ਧਰਮ ਦੇ ਵਿੱਚ ਐਸੇ ਹਨ ਕਿ ਔਰਤਾਂ ਜਿਹੜੀਆਂ ਖੁੱਲੇ ਮੂੰਹ ਨਾਲ ਨਹੀਂ ਵਿਚਰਦੀਆਂ, ਉਹਨਾਂ ਨੇ ਆਪਣਾ ਬੁਰਕਾ ਪਾਇਆ ਹੁੰਦਾ ਹੈ। ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਘੁੰਡ ਪ੍ਰਥਾ ਜਿਹੜੀ ਹੈ ਉਸ ਨੂੰ ਬੜਾ ਖਾਰਿਜ ਕੀਤਾ ਕਿ ਇਹ ਗੱਲ ਨਹੀਂ ਹੈ, ਔਰਤ ਤੇ ਇਸਤਰੀ ਨੂੰ ਬਰਾਬਰ ਦਾ ਹੱਕ ਹੈ। तो एक सती प्रथा के विरुद्ध भी गुरु अमरदास महाराज जी ने अपना कदम चुकया और अकबर ਨੂੰ ਕਿਹਾ ਤੇ ਅਕਬਰ ਦੇ ਕਹਿਣ ਦੇ ਉੱਪਰ ਇਹਨਾਂ ਚੀਜ਼ਾਂ ਦੇ ਉੱਪਰ ਜਿਹੜੀ ਹੈ ਉਹਨਾਂ ਨੇ ਰੋਕ ਲਗਵਾਈ। तो ਸਿੱਖ ਧਰਮ ਦੇ ਸਾਰੇ ਗੁਰੂਆਂ ਨੇ ਇਸ ਗੱਲ ਦੇ ਉੱਪਰ ਪਹਿਰਾ ਦਿੱਤਾ ਔਰ ਗੁਰਮਤ ਕਹਿੰਦੀ ਵੀ ਇਹੀ ਹੈ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜਿਹੜੇ ਰਾਜਿਆਂ ਦੀ, ਗੁਰੂ ਪੀਰਾਂ ਦੀ ਜਿਹੜੀ ਹੈ ਜਨਨੀ ਹੈ, ਜਿਸ ਨੇ ਪੈਦਾ ਕੀਤਾ ਹੈ ਸੰਸਾਰ ਨੂੰ। ਅਸੀਂ ਬ੍ਰਹਮਾ ਨੂੰ ਤਾਂ ਪੂਜਨੇ ਆ ਕਿ ਬ੍ਰਹਮਾ ਨੂੰ ਤਾਂ ਕਹਿੰਦੇ ਆ ਕਿ ਉਹ ਸੰਸਾਰ ਦਾ ਕਰਤਾ ਹੈ, ਇਹ ਸਰਦਾਰ ਦੇ ਪੈਦਾ ਕਰਨ ਵਾਲਾ ਹੈ। ਲੇਕਿਨ ਜੋ ਇਸਤਰੀ ਐਕਚੁਅਲ ਪੈਦਾ ਕਰਦੀ ਹੈ, ਜਿਹੜੀ ਕਿ ਪ੍ਰੈਗਨੈਂਸੀ ਦੇ ਵਿੱਚ ਬੱਚੇ ਨੂੰ 9 ਮਹੀਨੇ ਆਪਣੇ ਪੇਟ ਅੰਦਰ ਰੱਖਦੀ ਹੈ ਔਰ ਆਪਣੇ ਅੰਦਰੋਂ ਲਹੂ ਨਾਲ ਉਸ ਨੂੰ ਪਾਲਦੀ ਹੈ, ਉਹ ਫਿਰ ਆਪਣਾ ਇਹ ਲਹੂ ਦੁੱਧ ਦੇ ਰੂਪ ਦੇ ਅੰਦਰ ਉਸ ਬੱਚੇ ਨੂੰ ਜਿਹੜੀ ਹੈ ਦਿੰਦੀ ਹੈ, ਬੱਚੇ ਨੂੰ ਵੱਡਾ ਕਰਦੀ ਹੈ। ਤੇ ਉਸ ਔਰਤ ਦੇ ਨਾਲ ਬਰਾਬਰੀ ਦਾ ਹੱਕ ਨਹੀਂ ਹੈ। ਫਿਰ ਉਸ ਨੂੰ ਅਸੀਂ ਕੀ ਸਮਝਦੇ ਹਾਂ? ਮੈਂ ਗੱਲ ਆਪ ਜੀ ਨਾਲ ਸਾਂਝੀ ਕਰਨਾ ਚਾਹਨਾ ਕਿ ਹੁਣ ਦੇ ਸਮੇਂ ਦੇ ਅੰਦਰ ਇਹ ਗੱਲ ਆਮ ਤੌਰ ਤੇ ਕਹੀ ਜਾਂਦੀ ਹੈ ਕਿ ਜਿੱਥੇ ਪ੍ਰਮਾਤਮਾ ਜਿਹੜਾ ਹੈ ਉਹ ਆਪਣਾ ਰੂਪ ਜਿਹੜਾ ਹੈ ਪਟਾ ਕੇ ਮਾਂ ਦੇ ਰੂਪ ਦੇ ਅੰਦਰ ਇਸ ਸੰਸਾਰ ਨੂੰ ਪੈਦਾ ਕਰਨ ਵਿੱਚ ਔਰ ਉਸ ਨੂੰ ਪਾਲਣ ਵਿੱਚ ਜਿਹੜੀ ਹੈ ਉਹ ਮਾਂ ਦੀ ਸਹਾਇਤਾ ਲੈ ਰਿਹਾ ਹੈ। ਤਾਂ ਇਹ ਸਿਸਟਮ ਇੱਕ ਬਣਿਆ ਹੋਇਆ ਹੈ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਕੀ ਵਾਰ ਦੇ ਅੰਦਰ ਕਿਹਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਜਿਹਨੇ ਰਾਜਿਆਂ ਨੂੰ ਜਨਮ ਦਿੱਤਾ, ਗੁਰੂ ਪੀਰਾਂ ਅਵਤਾਰਾਂ ਨੂੰ ਜਨਮ ਦਿੱਤਾ। ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ ਜੋ ਸਾਨੂੰ ਅੱਗੋਂ ਜਨਮ ਦਿੰਦੀ ਹੈ। ਤਾਂ ਇਸ ਕਰਕੇ ਸਾਨੂੰ ਉਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸਤਰੀ ਨੂੰ ਧਰਮ ਕਰਨ ਦੀ ਪੂਰਨ ਖੁੱਲ੍ਹ ਹੋਣੀ ਚਾਹੀਦੀ ਹੈ। ਹਾਂ, ਇਹ ਗੱਲ ਬਿਲਕੁਲ ਠੀਕ ਹੈ, ਲੇਕਿਨ ਕਈ ਵਾਰੀ ਐਸੀ ਗੱਲ ਹੁੰਦੀ ਹੈ ਕਿ ਇਹ ਆਸਾ ਦੀ ਵਾਰ ਦੀ ਗੱਲ ਦੀ ਜਿਹੜੀ ਆਵਾਜ਼ ਹੈ, ਜਿੱਥੋਂ ਆਸਾ ਦੀ ਵਾਰ ਦਾ ਕੀਰਤਨ ਨਿਤਾ ਪ੍ਰਤੀ ਹੁੰਦਾ ਹੋਵੇ ਦਰਬਾਰ ਸਾਹਿਬ ਦੇ ਅੰਦਰੋਂ, ਉੱਥੇ ਵੀ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਾ ਹੋਵੇ। ਹਾਲਾਂਕਿ ਅਸੀਂ ਭਾਈ ਜੱਸਾ ਸਿੰਘ ਆਹਲੂਵਾਲੀਆ ਦੀ ਗੱਲ ਕਰਦੇ ਹਾਂ ਤਾਂ ਇਤਿਹਾਸ ਇਹ ਦੱਸਦਾ ਹੈ ਕਿ ਉਹਨਾਂ ਦੀ ਮਾਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਕੀਰਤਨ ਕਰਦੇ ਸਨ ਤੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ। ਉਹ ਜਿੱਥੇ ਕਿਤੇ ਵੀ ਕੀਰਤਨ ਹੁੰਦਾ ਸੀ ਉੱਥੇ ਆਪ ਉਦਮ ਕਰਕੇ ਜਾ ਕਰਕੇ ਪੈਂਡਾ ਮਾਰ ਕੇ ਉੱਥੇ ਜਾ ਕੇ ਕੀਰਤਨ ਕਰਦੇ ਸਨ ਔਰ ਦਰਬਾਰ ਸਾਹਿਬ ਵੀ ਇਹ ਵਰਣਨ ਹੁੰਦਾ ਹੈ ਕਿ ਉਹ ਉੱਥੇ ਵੀ ਕੀਰਤਨ ਜਿਹੜੇ ਹਨ ਕਰਦੇ ਹੁੰਦੇ ਸਨ। ਤਾਂ ਜਿੱਥੇ ਇੰਨਾ ਸਤਿਕਾਰ ਹੋਵੇ ਤੇ ਅੱਜ ਕੱਲ੍ਹ ਜੋ ਪ੍ਰਬੰਧ ਹੈ, ਮੈਂ ਜ਼ਿਆਦਾ ਉਸ ਪਾਸੇ ਵੱਲ ਨਾ ਜਾਵਾਂ ਕਿਉਂਕਿ ਪ੍ਰਬੰਧ ਦੇ ਵਿੱਚ ਬੜੇ ਜਿਹੜੇ ਨਿਗਾਰ ਆ ਚੁੱਕੇ ਹਨ ਔਰ ਉਸ ਕਰਕੇ ਉੱਥੇ ਇਸਤਰੀਆਂ ਨੂੰ ਕੀਰਤਨ ਕਰਨ ਦਾ ਹੱਕ ਨਹੀਂ ਹੈ। ਇਸਤਰੀਆਂ ਨੂੰ ਜੋ ਮਹਾਰਾਜ ਦੀ ਸਵਾਰੀ ਅਕਾਲ ਤਖਤ ਸਾਹਿਬ ਤੋਂ ਆਉਂਦੀ ਹੈ, ਉਸ ਅਕਾਲ ਤਖਤ ਉਸ ਮੋਢਾ ਦੇਣ ਦੀ ਜਿਹੜੀ ਹੈ ਉਹਨਾਂ ਨੂੰ ਇਜਾਜ਼ਤ ਨਹੀਂ ਹੈ। ਹਾਂ, ਲੰਗਰ ਪ੍ਰਸ਼ਾਦਾ ਜ਼ਰੂਰ ਬਣਾਏ ਕਿਉਂਕਿ ਲੰਗਰ ਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਘਰਾਂ 'ਚ ਵੀ ਅਸੀਂ ਔਰਤਾਂ ਤੋਂ ਰੋਟੀ ਖਾ ਲੈਂਦੇ ਹਾਂ, ਲੇਕਿਨ ਜੇ ਉਹ ਗੁਰੂ ਘਰ ਦੇ ਜੇ ਬਰਾਬਰੀ ਦਾ ਹੱਕ ਮੰਗਦੀਆਂ ਹਨ ਤਾਂ ਅਸੀਂ ਉੱਥੇ ਉਹਨਾਂ ਨੂੰ ਹੱਕ ਦੇਣ ਦੀ ਜਿਹੜੀ ਹੈ ਬਰਾਬਰੀ ਅਸੀਂ ਨਹੀਂ ਕਰਦੇ। ਤਾਂ ਇਸ ਵਿਗਾੜ ਨੂੰ ਸਾਨੂੰ ਦੂਰ ਕਰਨ ਦੀ ਲੋੜ ਹੈ। ਮਹਾਰਾਜ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਵੀ ਸੁਮਤ ਬਖਸ਼ੋ ਤੇ ਅਸੀਂ ਵੀ ਔਰਤ ਨੂੰ ਉਹ ਦਰਜਾ ਦਵਾ ਸਕੀਏ ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਬਾਣੀ ਵਿੱਚ ਸਾਰੇ ਸੰਸਾਰ ਨੂੰ ਕਰਨ ਗੱਲ ਕੀਤੀ ਹੈ। ਫਿਰ ਅਜੇ ਵਿਚਾਰਾਂ ਦਾ ਅਸਰ ਸਦਕਾ ਹੀ ਅੱਜ ਸਿੱਖ ਬੀਬੀਆਂ ਸਿੱਖ ਮਰਦਾਂ ਦੀ ਤਰ੍ਹਾਂ ਹੀ ਅੰਮ੍ਰਿਤ ਛਕ ਕੇ ਸਿੰਘਣੀਆਂ ਸੱਜ ਜਾਂਦੀਆਂ ਹਨ। ਜੀਵਨ ਦੇ ਹਰ ਖੇਤਰ ਵਿੱਚ ਮਰਦ ਨਾਲ ਇੱਕ ਬਰਾਬਰ ਦੇ ਭਾਈਵਾਲ ਦੀ ਤਰ੍ਹਾਂ ਸਾਥ ਜਿਹੜੇ ਹਨ ਨਿਭਾਉਂਦੀਆਂ ਹਨ। ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰਕ ਦੇ ਤੌਰ ਤੇ ਵੀ ਸੇਵਾ ਨਿਭਾਉਂਦੀਆਂ ਹਨ। ਮੈਂ ਤੇ ਇੱਕ ਬੇਨਤੀ ਕਰਾਂ ਕਿ ਹਾਲੇ ਵੀ ਜਿੱਥੇ ਮੈਂ ਕੀਰਤਨ ਕਰਨ ਦੀ ਗੱਲ ਕੀਤੀ ਹੈ ਦਰਬਾਰ ਸਾਹਿਬ ਦੇ ਅੰਦਰ, ਉੱਥੇ ਵੀ ਪੰਜ ਪਿਆਰੇ ਦੇ ਅੰਦਰ ਹੁਣ ਵੀ ਬੀਬੀਆਂ ਜਿਹੜੀਆਂ ਹਨ ਉਹ ਸ਼ਾਮਲ ਨਹੀਂ ਕੀਤੀਆਂ ਜਾ ਸਕਦੀਆਂ। ਔਰ ਮੈਂ ਆਪ ਜੀ ਨਾਲ ਇਸ ਵਿਚਾਰ ਸਾਂਝਾ ਕਰਨਾ ਚਾਹਨਾ ਕਿ ਦਾਸ ਜਦੋਂ ਰੂਹਣੀ ਦੇ ਅੰਦਰ ਕੁਝ ਸੇਵਾ ਦਾ ਮੌਕਾ ਮਿਲਿਆ ਸੀ
ਤਾਂ ਉੱਥੇ ਅੰਮ੍ਰਿਤ ਸੰਚਾਰ ਜਦੋਂ ਹੋਇਆ ਤਾਂ ਮੈਂ ਉਸ ਵਾਰੀ 2 ਅੰਮ੍ਰਿਤ ਸੰਚਾਰ ਦੇ ਵਿੱਚੋਂ ਉੱਥੋਂ ਦੀਆਂ ਜੋ ਜੋ ਬੀਬੀਆਂ ਸਨ, ਜੋ ਅੰਮ੍ਰਿਤਧਾਰੀ ਬੀਬੀਆਂ ਸਨ ਔਰ ਸੁਚੇਤ ਬੀਬੀਆਂ ਸਨ, ਉਹਨਾਂ ਨੂੰ 5 ਪਿਆਰਿਆਂ ਵਿੱਚ ਸ਼ਾਮਲ ਕੀਤਾ। ਔਰ ਸਾਡੇ ਇੱਕ ਬੜੇ ਚੰਗੇ ਮਿੱਤਰ ਸਨ ਜਿਹੜੇ ਸਾਡੇ ਨਾਲ ਕਾਫੀ ਦੇਰ ਨਾਲ ਜੁੜੇ ਰਹੇ ਹਨ, ਉਹ ਇਸ ਗੱਲ ਤੋਂ ਨਾਰਾਜ਼ ਹੋ ਗਏ ਕਿ ਤੁਸੀਂ ਬੀਬੀਆਂ ਨੂੰ 5 ਪਿਆਰਿਆਂ ਵਿੱਚ ਸ਼ਾਮਲ ਕਿਉਂ ਕੀਤਾ। ਲੇਕਿਨ ਮੈਂ ਕਿਹਾ ਵੀ ਜੇ ਗੁਰੂ ਨਾਨਕ ਪਾਤਸ਼ਾਹ ਦਾ ਸਾਨੂੰ ਉਦੇਸ਼ ਹੈ ਕਿ ਸੋ ਕਿਉਂ ਮੰਦਾ ਆਖੀਏ ਜਿਸ ਜੰਮਿਆ ਰਾਜਾਨ, ਤਾਂ ਉਹਨਾਂ ਦੀ ਬਰਾਬਰੀ ਦਾ ਜਿਹੜਾ ਹੈ ਉਹ ਸਾਨੂੰ ਜਿਹੜਾ ਹੈ ਕਦਮ ਚੁੱਕਣਾ ਚਾਹੀਦਾ ਹੈ। ਔਰ ਮੈਂ ਆਪਣੇ ਆਪ ਫਖਰ ਮਹਿਸੂਸ ਕਰਦਾ ਹਾਂ ਕਿ ਉਹਨਾਂ ਬੀਬੀਆਂ ਨੇ 5 ਪਿਆਰਿਆਂ ਦੇ ਵਿੱਚ ਵਧੀਆ ਸੇਵਾ ਨਿਭਾਈ ਔਰ ਹੋਰ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਵਾਸਤੇ ਉਹਨਾਂ ਨੇ ਪ੍ਰੇਰਨਾ ਦਿੱਤੀ। ਤੋ ਗੁਰਦੁਆਰੇ ਵਿੱਚ ਵੱਧ ਤੋਂ ਵੱਧ ਸਾਨੂੰ ਧਰਮ ਪ੍ਰਚਾਰਕਾਂ ਦੇ ਤੌਰ ਤੇ ਸੇਵਾ ਨਿਭਾਉਣੀ ਚਾਹੀਦੀ ਹੈ। ਮੈਂ ਇੱਥੇ ਐਸਐਮਸੀ ਗੁਰਮਤਿ ਕਲਾਸ USA ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਵਾ ਜਿਹੜੀਆਂ ਹਾਜ਼ਰ ਹੋਈਆਂ ਹਨ, ਉਹਨਾਂ ਵਿੱਚੋਂ ਕੁਝ ਇੱਕ ਨੇ ਜ਼ਰੂਰ ਉਦਮ ਕੀਤਾ ਹੈ ਕਿ ਤਿਆਰੀ ਕਰਕੇ ਲੈਕਚਰ ਕੀਤੇ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਤਿਆਰੀ ਕਰਕੇ, ਜੇ ਕੋਈ ਸਹਾਇਤਾ ਚਾਹੀਦੀ ਹੈ, ਮਦਦ ਚਾਹੀਦੀ ਹੈ, ਤਾਂ ਸਿੱਖ ਮਿਸ਼ਨਰੀ ਕਾਲਜ ਹਮੇਸ਼ਾ ਉਹਨਾਂ ਵਾਸਤੇ ਤਿਆਰ ਹੈ। ਉਸ ਦਾ ਰਣਜੀਤ ਸਿੰਘ ਜੀ ਨਾਲ ਮਿਲ ਕੇ ਜੋ ਵੀ ਮੈਟਰ ਤਿਆਰ ਕਰਨਾ ਚਾਹਣ, ਉਹ ਬਿਲਕੁਲ ਸਹਾਇਤਾ ਦਿੱਤੀ ਜਾ ਸਕਦੀ ਹੈ। ਤੇ ਆਪ ਵੀ ਇਸ ਆਪਣੀ ਜ਼ਿੰਮੇਵਾਰੀ ਨੂੰ, ਜੋ ਗਲੋਬਲ ਮਿਸ਼ਨ ਹੈ ਗੁਰੂ ਨਾਨਕ ਪਾਤਸ਼ਾਹ ਦਾ ਯੂਨੀਵਰਸਲ ਬ੍ਰਦਰਹੁੱਡ ਦਾ, ਜੋ ਫਾਦਰਹੁੱਡ ਆਫ ਗਾਡ ਔਰ ਬ੍ਰਦਰਹੁੱਡ ਆਫ ਮੈਨਕਾਈਂਡ ਹੈ, ਉਹਦੀ ਇਸ ਨੂੰ ਅੱਗੇ ਤੋਰਨ ਵਾਸਤੇ, ਪਹੁੰਚਾਉਣ ਵਾਸਤੇ ਆਪਣਾ ਅਸੀਂ ਉਦਮ ਜ਼ਰੂਰ ਕਰੀਏ। ਹੁਣ ਅਗਲੀ ਗੱਲ ਜਿਹੜੀ ਆਉਂਦੀ ਹੈ ਉਹ ਹੈ ਕਿ ਦੂਜੇ ਧਰਮਾਂ ਦੇ ਵਿੱਚ, ਹੁਣ ਦੇਖੋ ਸਾਡੇ ਸਾਹਮਣੇ ਹੈ ਅੱਜ ਕੱਲ ਮੀਡੀਆ ਦਾ ਜ਼ਮਾਨਾ ਹੈ, ਟੀਵੀ ਦੇ ਉੱਪਰ, YouTube ਦੇ ਉੱਪਰ, ਹੋਰ ਜਗ੍ਹਾ ਦੇ ਉੱਪਰ ਸਾਨੂੰ ਐਸੀਆਂ ਖਬਰਾਂ ਮਿਲ ਜਾਂਦੀਆਂ ਹਨ ਕਿ ਫਲਾਣੇ ਮੰਦਰਾਂ ਦੇ ਤਹਿਖਾਨੇ ਦੇ ਵਿੱਚ ਇੰਨੇ ਇੰਨੇ ਰੁਪਏ ਪੈਸੇ ਪਏ ਹਨ ਔਰ ਉਹਨਾਂ ਦੇ ਵਿੱਚ ਕੋਈ ਡਰਦਾ ਜਾਂਦਾ ਨਹੀਂ ਹੈ, ਕਿਉਂਕਿ ਉਹਨਾਂ ਨੇ ਡਰ ਪਾਇਆ ਹੈ ਕਿ ਇੱਥੇ ਬੜਾ ਭਿਅੰਕਰ ਨਾਗ ਬੈਠਾ ਹੈ ਜਿਹੜਾ ਅੰਦਰ ਵੜੇਗਾ ਉਹਨੂੰ ਖਾ ਜਾਏਗਾ। ਤੇ ਉਹ ਜਿਹੜਾ ਪੈਸਾ, ਜਿਹੜਾ ਸੁਸਾਇਟੀ ਦਾ ਪੈਸਾ, ਸੁਸਾਇਟੀ ਨੇ ਡੋਨੇਸ਼ਨ ਦਿੱਤੀਆਂ ਹੋਈਆਂ, ਉਹ ਮਤਲਬ ਹੈ ਕਿ ਬਿਲਕੁਲ ਹੀ ਅਨਯੂਜ਼ਡ ਪਿਆ ਹੈ, ਅਨਯੂਟਿਲਾਈਜ਼ਡ ਪਿਆ ਹੈ। ਉਹ ਨਾ ਕਿਸੇ ਕੰਮ ਆ ਰਿਹਾ ਹੈ, ਨਾ ਲੋਕਾਂ ਦੇ ਫਾਇਦੇ ਵਾਸਤੇ ਲੱਗ ਰਿਹਾ ਹੈ, ਨਾ ਬੱਚਿਆਂ ਦੀ ਐਜੂਕੇਸ਼ਨ ਵਿੱਚ ਲੱਗ ਰਿਹਾ ਹੈ, ਨਾ ਉਸ ਬੱਚਿਆਂ ਦੇ ਅੱਗੋਂ ਕੈਰੀਅਰ ਡਿਵੈਲਪ ਕਰਨ ਵਾਸਤੇ ਲੱਗ ਰਿਹਾ ਹੈ। ਤਾਂ ਉਹ ਇੱਕ ਤਰੀਕੇ ਦਾ ਵੇਸਟ ਹੈ। ਲੇਕਿਨ ਸਾਨੂੰ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਸਵੰਧ ਦੀ ਗੱਲ ਕਹੀ, ਤੇ ਇਹ ਗੱਲ ਕਹੀ ਵੀ ਅਸੀਂ ਵੀ ਉਸ ਪੈਸੇ ਦਾ ਸਹੀ ਉਪਯੋਗ ਕਰੀਏ। ਕਿ ਜਿਸ ਸਮਾਜ ਵਿੱਚ ਸਾਨੂੰ ਸਮਝਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਜਿਸ ਸਮਾਜ ਵਿੱਚ ਰੁਪਏ ਪੈਸੇ ਦੀ ਠੀਕ ਵੰਡ ਨਹੀਂ ਹੁੰਦੀ, ਉਹ ਸਮਾਜ ਹਮੇਸ਼ਾ ਗਰੀਬੀ, ਬਿਮਾਰੀ, ਭੁੱਖ, ਵਹਿਮਾਂ, ਭਰਮਾਂ ਦੀਆਂ ਲਾਹਨਤਾਂ ਨਾਲ ਭਰਿਆ ਰਹਿੰਦਾ। ਤਾਂ ਇਸ ਗੱਲ ਨੂੰ ਸਾਨੂੰ ਬੜਾ ਸੀਰੀਅਸਲੀ ਲੈਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਹੈਵ ਨੋਟ ਸਨ, ਜਿਨ੍ਹਾਂ ਦੇ ਕੋਲ ਕਿਸੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਤੰਗਿਆਈ ਹੈ ਕਿਸੇ ਚੀਜ਼ ਦੀ, ਇਕਨੋਮਿਕਲੀ ਉਹ ਵੀਕਰ ਸੈਕਸ਼ਨ ਹਨ, ਜਿਨ੍ਹਾਂ ਦੇ ਉੱਪਰ ਮਹਾਰਾਜ ਨੇ ਮਾਇਆ ਦਿੱਤੀ ਹੈ, ਉਸ ਦਾ ਤਰੀਕੇ ਦੇ ਨਾਲ ਉਹਨਾਂ ਨਾਲ ਸ਼ੇਅਰ ਕਰਨਾ, ਜਿਵੇਂ ਦਸਵੰਧ ਦੀ ਪ੍ਰਥਾ ਹੈ, ਤਾਂ ਉਹਦਾ ਇੱਕ ਐਸਾ ਸਿਸਟਮ ਸਾਨੂੰ ਡਿਵੈਲਪ ਕਰਨਾ ਚਾਹੀਦਾ ਹੈ। ਹਰ ਇਲਾਕੇ ਦੇ ਅੰਦਰ ਹੋਣਾ ਚਾਹੀਦਾ ਹੈ ਕਿ ਜਿਵੇਂ ਕਈ ਗੁਰਦੁਆਰਿਆਂ ਦੇ ਅੰਦਰ ਐਸੀਆਂ ਚੀਜ਼ਾਂ, ਐਸੀਆਂ ਮੈਂ ਪ੍ਰਥਾ ਦੇਖੀਆਂ ਹਨ ਕਿ ਉਹ ਜਿਹੜੇ ਇਲਾਕੇ ਦੇ ਗ੍ਰੰਥੀ ਹੁੰਦੇ ਹਨ, ਸੇਵਾਦਾਰ ਹੁੰਦੇ ਹਨ, ਉਹਨਾਂ ਦੇ ਬੱਚਿਆਂ ਨੂੰ ਇਕੱਠਿਆ ਕਰਕੇ ਤੇ ਜਿਹੜੇ ਉਹਨਾਂ ਦੇ ਕੋਲ ਬਸਤਰ ਇੱਕ ਆਦਿ ਇਕੱਠੇ ਕੀਤੇ ਹੁੰਦੇ ਹਨ, ਉਹ ਉਹਨਾਂ ਬੱਚਿਆਂ ਨੂੰ ਦਿੰਦੇ ਹਨ ਤਾਂ ਕਿ ਉਹ ਵੀ ਚੰਗੇ ਕੱਪੜੇ ਜਿਹੜੇ ਹਨ ਉਹ ਪਾ ਸਕਣ। ਤਾਂ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਜਿਵੇਂ ਇਸੇ ਪਲੇਟਫਾਰਮ ਤੇ ਵੀ ਸਾਡੇ ਵੀਰ ਜਿਹੜੇ ਹਨ ਉਹਨਾਂ ਨੇ ਗੱਲ ਕੀਤੀ ਸਾਡੇ ਨਾਲ ਕਿ ਸਾਨੂੰ ਆਪਣੇ ਘਰ ਕੋਈ ਨਵੀਂ ਚੀਜ਼ ਲਿਆਉਣ ਤੋਂ ਪਹਿਲਾਂ ਸਾਨੂੰ ਇਹ ਸੋਚਣੀ ਚਾਹੀਦੀ ਹੈ ਕਿ ਰੇਣੂਕਾ ਵੀਰ ਜੀ ਨੇ ਕਿ ਜਿਹੜੀ ਚੀਜ਼ ਸਾਡੇ ਕੋਲ ਪਈ ਹੈ ਉਹ ਅਸੀਂ ਕਿਸੇ ਨਾਲ ਸ਼ੇਅਰ ਕਰੀਏ ਤੇ ਤਾਂ ਅਸੀਂ ਨਵੀਂ ਚੀਜ਼ ਲਿਆਈਏ। ਤਾਂ ਇਹ ਇੱਕ ਬੜੀ ਵੱਡੀ ਸਿਚੁਏਸ਼ਨ ਹੈ ਜਿਹੜੀ ਕਿ ਸਾਨੂੰ ਇਸ ਪੈਰਿਟੀ ਜਿਹੜੀ ਹੈ ਲਿਆਉਣ ਦੇ ਵਿੱਚ ਬੜੀ ਮਦਦ ਕਰੇਗੀ। ਤੇ ਸਾਡੇ ਘਰ ਪਈਆਂ ਚੀਜ਼ਾਂ ਖਰਾਬ ਹੋ ਜਾਣ, ਇਸ ਤੋਂ ਚੰਗਾ ਹੈ ਕਿ ਅਸੀਂ ਆਪਣੇ ਦੂਜੇ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲੋਕ ਹਨ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਸਮਝਾਈਏ ਔਰ ਉਹਨਾਂ ਦੀ ਐਜੂਕੇਸ਼ਨ ਵਾਸਤੇ, ਉਹਨਾਂ ਦੇ ਕੈਰੀਅਰ ਡਿਵੈਲਪਮੈਂਟ ਵਾਸਤੇ ਕੋਈ ਵੋਕੇਸ਼ਨਲ ਕੋਰਸਿਸ ਜਾਂ ਸਕਿੱਲ ਡਿਵੈਲਪਮੈਂਟ ਦੇ ਕੋਰਸਿਸ ਜਿਹੜੇ ਹਨ ਉਹਨਾਂ ਨੂੰ ਅਸੀਂ ਸਪੋਰਟ ਕਰੀਏ। ਇਹ ਬਹੁਤ ਜ਼ਰੂਰੀ ਹੈ। ਜਾਂ ਫਿਰ ਜਦੋਂ ਕੋਈ ਗਰੀਬ, ਘੱਟ ਪੈਸੇ ਉਹਦੇ ਕੋਲ ਹੁੰਦੇ ਨੇ, ਗਰੀਬੀ ਦੀ ਅਵਸਥਾ ਹੁੰਦੀ ਹੈ, ਤਾਂ ਫਿਰ ਆਪੋ ਤਾਪੀ ਪੈ ਜਾਂਦੀ, ਫਿਰ ਲੜਾਈਆਂ ਝਗੜੇ ਵੀ ਹੁੰਦੇ ਹਨ। ਜਿਹੜੀ ਖੋਹ ਕੇ ਖਾਣ ਦੀ ਗੱਲ ਹੈ ਉਹ ਵੀ ਤਾਂ ਹੀ ਹੁੰਦੀ ਹੈ ਜੇ ਸਾਡੇ ਅੰਦਰ ਕਈ ਜਿਹੜੇ ਗਰੁੱਪ ਐਸੇ ਬਣੇ ਹੋਏ ਹਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਲੁੱਟ ਖਸੁੱਟ ਕਰਦੇ ਹਨ, ਉਹ ਬੜੇ ਬੜੇ ਅੱਜ ਕੱਲ੍ਹ ਬਦਮਾਸ਼ ਬਣੇ ਹੋਏ ਹਨ,
ਉਹ ਇਸੇ ਕਰਕੇ ਹਨ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਕੋਲ ਪੈਸਾ ਇੰਨਾ ਨਹੀਂ ਆਇਆ, ਲੇਕਿਨ ਉਹਨਾਂ ਦੀ ਨਿਗਾਹ ਉਹਨਾਂ ਤੇ ਹੋ ਗਈ ਜਿਹੜੇ ਫਰੋਤੀਆਂ ਮੰਗਦੇ ਹਨ ਕਿ ਇਹਨਾਂ ਕੋਲ ਪੈਸੇ ਜ਼ਿਆਦਾ ਹਨ। ਤੇ ਜੇਕਰ ਉਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਅਧੀਨ ਆ ਜਾਣਗੇ ਤੇ ਉਹ ਫਿਰ ਇਹੋ ਜਿਹੇ ਜਿਹੜੇ ਮਰਡਰ ਹਨ, ਇਹੋ ਜਿਹੇ ਫਰੋਤੀਆਂ ਮੰਗਣ ਦਾ ਕੰਮ ਉਹ ਨਹੀਂ ਕਰਨਗੇ। ਤੇ ਸਤਿਗੁਰੂ ਜੀ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਸ ਵਿੱਚ ਨਾ ਤਾਂ ਕੁਝ ਲੋਕ ਕੋਲ ਬਹੁਤ ਧਨ ਹੀ ਹੋਵੇ ਤੇ ਨਾ ਹੀ ਉਹ ਲੋਕ ਧਨ ਦੀ ਕਮੀ ਕਰਕੇ ਪਸ਼ੂਆਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਔਰ ਸਾਰੀ ਉਮਰ ਰੋਟੀ ਕਪੜਾ ਤੇ ਮਕਾਨ ਦੀ ਪ੍ਰਾਪਤੀ ਦੇ ਚੱਕਰਾਂ ਵਿੱਚ ਹੀ ਆਪਣਾ ਜੀਵਨ ਜਿਹੜਾ ਅਮੋਲਕ ਜੀਵਨ ਹੈ ਉਹ ਨਸ਼ਟ ਕਰ ਲੈਣ। ਗੁਰੂ ਨਾਨਕ ਪਾਤਸ਼ਾਹ ਦੇ 5ਵੇਂ ਜਾਮੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਜਿਹਦੇ ਘਰ ਦਾ ਬਹੁਤ ਪੈਸਾ ਹੈ ਉਸ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਮੈਂ ਇਹਨੂੰ ਬਚਾ ਕਿਵੇਂ ਲਵਾਂ, ਮੇਰਾ ਇਹ ਧਨ ਜਿਹੜਾ ਲੁੱਟਿਆ ਨਾ ਜਾਏ। ਔਰ ਜਿਹਦੇ ਕੋਲ ਥੋੜਾ ਹੈ ਉਹ ਇਸ ਚਿੰਤਾ ਵਿੱਚ ਲੱਗਿਆ ਰਹਿੰਦਾ ਹੈ ਕਿ ਮੇਰੇ ਕੋਲ ਬਹੁਤਾ ਹੋਣਾ ਚਾਹੀਦਾ ਹੈ, ਮੇਰੇ ਫਲਾਣੇ ਭਰਾ ਕੋਲ ਇੰਨਾ ਕੁਝ ਹੈ, ਭਰਾ ਕੋਲ ਮਰਸੀਡੀਜ਼ ਗੱਡੀ ਹੈ, ਭਰਾ ਕੋਲ 2 ਮੰਜ਼ਿਲਾ ਕੋਠੀ ਹੈ, ਮੇਰੇ ਕੋਲ ਇਹ ਸਿੰਗਲ ਮਕਾਨ ਕਿਉਂ ਹੈ, ਉਹਦੀ ਇੱਕ ਦੁਕਾਨ 2 ਦੁਕਾਨਾਂ ਹਨ, ਮੇਰੀ ਇੱਕ ਦੁਕਾਨ ਕਿਉਂ ਹੈ। ਤੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਹਨ ਉਹ ਮਨ ਦੇ ਵਿੱਚੋਂ ਨਿਕਲ ਜਾਣ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਮਝਾਇਆ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰ ਪ੍ਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ। ਕਿ ਨਾ ਉਹ ਕਮੀ ਨੂੰ ਮਹਿਸੂਸ ਕਰੇ, ਹਾਂ ਉਦਮ ਜ਼ਰੂਰ ਕਰੇ। ਉਦਮ ਕਰਦਿਆਂ ਜਿਉ ਤੂੰ, ਕਮਾਉਂਦਿਆਂ ਸੁਖ ਪਹੁੰਚ, ਧਿਆਨਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਉਦਮ ਜ਼ਰੂਰ ਕਰ। ਜਿਵੇਂ ਅਸੀਂ ਆਮ ਲੋਕਾਂ ਦੇ ਅੱਗੇ ਅਸੀਂ ਇਹ ਸਮਝਦੇ ਹਾਂ, ਬਾਣੀ ਨਹੀਂ ਹੈ ਕਿ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਭਲੇ ਪੱਖਾ ਸਾਡੇ ਹੱਥ 'ਚ ਹੋਵੇ ਤੇ ਅਸੀਂ ਉਹਨੂੰ ਚਲਾਈਏ ਨਾ ਤੇ ਫਿਰ ਸਾਡੀ ਗਲਤੀ ਹੈ ਨਾ। ਤੇ ਜੇ ਪੱਖਾ ਹੈ ਤੇ ਉਹਦੇ ਨਾਲ ਅਸੀਂ ਹਲਾਈਏ ਤੇ ਪਾਉਣ ਹਵਾ ਸਾਨੂੰ ਮਿਲੇਗੀ, ਠੰਡ ਮਿਲੇਗੀ। ਤੇ ਜੇ ਉਦਮ ਕਰਾਂਗੇ ਤੇ ਜ਼ਰੂਰ ਸਾਡੀ ਵੀ ਅਵਸਥਾ ਜਿਹੜੀ ਹੈ ਇਕਨੋਮਿਕਲੀ ਸਾਡੀ ਸਾਊਂਡ ਹੋਏਗੀ। ਤੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਧਨ ਇਕੱਤਰ ਕਰਨ ਵਿੱਚ ਹੀ ਜੀਵਨ ਨਾ ਗਵਾਓ। ਬਹੁਤ ਧਨ ਤਾਂ ਝੂਠ ਬੋਲ ਕੇ ਹੇਰਾ ਫੇਰੀਆਂ ਕਰਕੇ ਅਤੇ ਦੂਜਿਆਂ ਦਾ ਹੱਕ ਮਾਰ ਕੇ ਹੀ ਇਕੱਤਰ ਕੀਤਾ ਜਾ ਸਕਦਾ ਹੈ। ਤੇ ਜਿਸ ਧਨ ਨੂੰ ਇਕੱਤਰ ਕਰਨ ਲਈ ਇੰਨੇ ਪਾਪ ਕਰਨੇ ਪੈਂਦੇ ਹਨ, ਉਹ ਧਨ ਮਰਨ ਸਮੇਂ ਮਨੁੱਖ ਦੇ ਨਾਲ ਨਹੀਂ ਜਾਂਦਾ। ਹੈ ਬਹੁਤ ਵੱਡੀ ਗੱਲ ਜਿਹੜੀ ਹੈ। ਆਮ ਸਾਨੂੰ ਜਿਹੜੇ ਵੀ ਅਸੀਂ ਵੀ ਸਮਝਦਾਰ ਜਾਂ ਪੜ੍ਹੇ ਲਿਖੇ ਲੋਕ ਵੀ ਹਨ, ਉਹ ਵੀ ਇਸ ਗੱਲ ਨੂੰ ਨਹੀਂ ਸਮਝਦੇ। ਉਹ ਸਮਝਦੇ ਹਨ ਕਿ ਮੈਂ ਇੰਨਾ ਧਨ ਇਕੱਠਾ ਕਰਨਾ ਹੈ ਤੇ ਉਹ ਮੇਰੇ ਪੁੱਤਰ ਪੋਤਰੇ ਜਾਣ, ਉਹ ਵੀ ਖਾਣ। ਉਹਨਾਂ ਨੂੰ ਵੀ ਇੱਕ ਹਿੰਮਤ ਨਾ ਕਰਨੀ। ਭਾਵ ਆਪਣੇ ਅੱਗੋਂ ਜਿਹੜੇ ਹਨ ਅਸੀਂ ਉਹਨਾਂ ਨੂੰ ਇੰਨੇ ਮਤਲਬ ਹੈ ਕਿ ਆਲਸੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਵਾਸਤੇ ਕਮਾ ਚੱਲੇ ਹਾਂ, ਤੁਹਾਨੂੰ ਹੁਣ ਉਜਾੜਨ ਦੀ ਹੈ, ਤੁਸੀਂ ਜਿੰਨਾ ਮਰਜ਼ੀ ਉਜਾੜੋ। ਤਾਂ ਐਸੇ ਵੀ ਸਾਡੇ ਕੋਲ ਦੁਨੀਆ ਦੇ ਅੰਦਰ ਲੋਕ ਹਨ ਕਿ ਜਿਨ੍ਹਾਂ ਕੋਲ ਇੰਨੇ ਪੈਸੇ ਹਨ ਕਿ ਉਹ ਉਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਵਰਤ ਲੈਣ, ਉਹ ਖਤਮ ਹੀ ਨਹੀਂ ਹੋਣੇ। ਇਸ ਜਰ ਕਾਰਨ ਘਣੀ ਵਿਗੁਤੀ, ਇਨ ਜਰ ਘਣੀ ਖੁਆਈ, ਪਾਪਾਂ ਬਾਝੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਈ। ਕਿ ਇਸ ਧਨ ਦੇ ਕਰਕੇ ਜਿਹੜੇ ਘਣਾ ਮੇਰਾ ਵਿਗੁਤੀ, ਮੈਂ ਔਖਾ ਹੋਇਆ, ਤਕਲੀਫਾਂ ਚੁੱਕੀਆਂ। ਇਨ ਜਰ ਘਣੀ ਖੁਆਈ, ਕਿ ਇਸ ਜਰ ਨੇ, ਇਸ ਧਨ ਨੇ ਮੈਨੂੰ ਬੜਾ ਖੁਆਰ ਕੀਤਾ। ਪਾਪਾਂ ਬਾਝੋਂ ਨਾ ਹੋਵੇ ਨਹੀਂ, ਪਰ ਇਹ ਜੋ ਮੈਂ ਧਨ ਇਕੱਠਾ ਕੀਤਾ ਇਸ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ 417 ਪੰਨੇ ਦੇ ਦੱਸਿਆ ਕਿ ਐਸਾ ਧਨ ਜਿਹੜਾ ਜ਼ਰੂਰਤ ਤੋਂ ਵੱਧ ਇਕੱਠਾ ਕੀਤਾ ਹੋਇਆ, ਇਹ ਪਾਪਾਂ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਮੋਇਆ ਇਹ ਧਨ ਨਾਲ ਨਹੀਂ ਜਾਣ। ਫਿਰ ਮੈਂ ਕਈ ਵਾਰੀ ਇਹ ਪ੍ਰਮਾਣ ਦੇਣਾ 33 ਸੋਈਆਂ ਦੇ ਵਿੱਚੋਂ ਕਿ ਤਉ ਤਨ ਤਿਆਗਤ ਹੀ ਸੁਨ ਰੇ ਜੜ, ਪ੍ਰੇਤ ਬਖਾਨ ਤ੍ਰਿਆ ਭਜਈ ਹੈ, ਪੁੱਤਰ ਕਰਤਰ ਸੋਮਿੱਤਰ ਸਖਾ, ਇਹ ਬੇਗ ਨ ਕਰੋ ਆਏ ਸਦਈ ਹੈ, ਭਵਨ ਭੰਡਾਰ ਧਰਾਗੜ ਜੇਤਕ, ਛਾਟਤ ਪ੍ਰਾਣ ਬਗਾਨ ਕਹੀ ਹੈ, ਚੇਤ ਰਚੇਤ ਅਚੇਤ ਮਹਾਪਸ, ਅੰਤ ਕੀ ਬਾਰ ਅਕੇਲੋ ਹੀ ਜਾਈਏ। ਕਿ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦਿਆਂ ਹੈ ਤੁਹਾਡੀ ਸਾਰੀ ਪ੍ਰਾਪਰਟੀ, ਸਾਰੇ ਬੈਂਕ ਬੈਲੈਂਸ, ਸਾਰੇ ਤੁਹਾਡੀ ਪੋਜੀਸ਼ਨ ਜਿਹੜੀਆਂ ਹਨ ਉਹ ਸਾਰੀਆਂ ਤੁਹਾਡੀਆਂ ਨਹੀਂ ਰਹਿ ਜਾਂਦੀਆਂ। ਤੁਸੀਂ ਤੇ ਫਿਰ ਲੇਟ ਹੋ ਗਏ ਜਾਂ ਐਕਸ ਹੋ ਗਏ ਤਾਂ ਤੁਹਾਡੀ ਹੋਂਦ ਹੀ ਖਤਮ ਹੋ ਗਈ। ਤਾਂ ਹੁਣ ਬਾਅਦ ਵਾਲੇ ਜਿਹੜੇ ਉਸ ਦੇ ਕਲੇਮੈਂਟਸ ਹਨ ਉਹ ਉਹਦੇ ਉੱਪਰ ਤੁਹਾਡਾ ਹਾਲੇ ਚਿਖਾ ਵੀ ਠੰਡੀ ਨਹੀਂ ਹੋਈ ਹੋਵੇਗੀ, ਉਹਨਾਂ ਦੇ ਕਲੇਮ ਜਿਹੜੇ ਹਨ ਉਹ ਪਹਿਲਾਂ ਆ ਜਾਂਦੇ ਹਨ ਕਿ ਇਹ ਮੈਨੂੰ ਚਾਹੀਦਾ ਹੈ। ਔਰ ਕਈ ਵਾਰੀ ਮੈਂ ਦੇਖਿਆ ਹੈ ਕਿ ਹਾਲੀ ਦੇ ਪਈ ਹੋਈ ਹੈ, ਲੇਕਿਨ ਰਿਸ਼ਤੇਦਾਰ ਜਿਹੜੇ ਹਨ ਉਹ ਜਿਨ੍ਹਾਂ ਨੇ ਕਦੀ ਧਿਆਨ ਵੀ ਨਹੀਂ ਦਿੱਤਾ ਹੁੰਦਾ ਉਸ ਬਜ਼ੁਰਗ ਬਾਰੇ, ਉਹ ਆ ਕਰਕੇ ਕਹਿੰਦੇ ਨੇ ਇਹ ਮਕਾਨ ਜਿੱਥੇ ਬਾਬਾ ਜੀ ਰਹਿੰਦੇ ਸਨ ਜਾਂ ਬੀਬੀ ਰਹਿੰਦੀ ਸੀਗੀ, ਇਹ ਤੇ ਹੁਣ ਮੈਂ ਲੈਣਾ ਹੈਗਾ। ਭਾਵੇਂ ਕਿ ਉਹ ਵਿਚਾਰੀ ਇਕੱਲੀ ਰਹਿੰਦੀ ਸੀ ਤੇ ਆਖਰ ਸਵਾਸਾਂ ਵੇਲੇ ਵੀ ਉਹਦੇ ਕੋਲ ਆਂਢੀ ਗੁਆਂਢੀ ਸਨ
ਰਿਸ਼ਤੇਦਾਰ ਕੋਈ ਨਹੀਂ ਸੀ। ਤੋ ਐਸੀ ਭੈੜੀ ਅਵਸਥਾ ਜਿਹੜੀ ਹੈ ਉਹ ਸਾਡੇ ਮਨ ਦੇ ਵਿੱਚ ਰਹਿੰਦੀ ਹੈ। ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ, ਕਿ ਅਸੀਂ ਇਹ ਧਨ ਜਿਹੜਾ ਵਾਧੂ ਦਾ ਇਕੱਠਾ ਕਰਨੇ ਹਾਂ, ਉਸ ਵਾਸਤੇ ਜਿਹੜੇ ਰੋਂਗ ਮੀਨਸ ਜਿਹੜੇ ਹਨ ਅਸੀਂ ਲਗਾਉਂਦੇ ਹਾਂ, ਯੂਜ਼ ਕਰਦੇ ਹਾਂ, ਉਹ ਸਾਡੀ ਮਾਇਆ ਸਾਡੇ ਨਾਲ ਨਹੀਂ ਜਾਣੀ ਹੈ। ਤੋ ਇਸ ਕਰਕੇ ਹੱਕ ਸੱਚ ਦੀ ਕਮਾਈ ਜਿਹੜੀ ਕਰਨੀ ਹੈ। ਔਰ ਫਿਰ ਜਗਤ ਵਿੱਚ ਬਹੁਤੇ ਲੋਕਾਂ ਦਾ ਹੱਕ ਮਾਰ ਕੇ ਅਮੀਰ ਬਣਦੇ ਹਨ। ਕਿ ਮੈਂ ਜਿਸ ਦੀ ਖਾਸ ਤੌਰ ਤੇ ਮੈਂ ਦੇਖਿਆ ਕਿ ਜਿਹੜੇ ਲੇਬਰ ਨੂੰ ਜਿਹੜੇ ਇੰਪਲੋਏ ਕਰਦੇ ਹਨ, ਉਹ ਲੇਬਰ ਨੂੰ ਬਹੁਤ ਘੱਟ ਜਿਹੜੇ ਹਨ ਉਹ ਪੈਸੇ ਦਿੰਦੇ ਹਨ, ਉਹਨਾਂ ਦਾ ਹੱਕ ਮਾਰਦੇ ਹਨ। ਕਿਸੇ ਦਾ ਵੀ ਹੱਕ ਮਾਰ ਕੇ ਅਮੀਰ ਬਣਨਾ ਜਿਹੜਾ ਹੈ, ਉਸ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੀ ਸਖਤੀ ਦੇ ਨਾਲ ਜਿਹੜੇ ਆਪਣੇ ਬੋਲ ਦਰਜ ਕਰਾਏ ਹਨ ਪੰਨਾ 141 ਦੇ ਉੱਪਰ। ਮਾਝ ਕੀ ਵਾਰ ਦੇ ਵਿੱਚ ਸਤਿਗੁਰੂ ਜੀ ਦਾ ਇਹ ਅਮੋਲਕ ਬੋਲ ਹਨ, ਹੱਕ ਪਰਾਇਆ ਨਾਨਕਾ, ਇਹ ਜਗਤ ਪ੍ਰਸਿੱਧ ਹਨ ਬੋਲ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਿ ਇਹ ਸਨਾਤਨੀ ਔਰ ਇਸਲਾਮਿਕ ਧਰਮ ਵਾਲੇ ਦੋਨਾਂ ਨੂੰ ਇਹ ਗੱਲ ਸਮਝਾ ਦਿੱਤੀ ਕਿ ਉਸ ਵੇਲੇ ਇਹੀ ਬਹੁਤ ਵੱਡੇ ਫਿਰਕੇ ਸਨ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਖਾਸ ਤੌਰ ਦੇ ਉੱਪਰ ਪ੍ਰਚਾਰ ਹੁੰਦਾ ਸੀ ਔਰ ਉਪਦੇਸ਼ ਹੁੰਦਾ ਸੀ। ਉਹਨਾਂ ਨਾਲ ਹੀ ਮਿਲਣੀਆਂ ਵੀ ਹੁੰਦੀਆਂ ਸਨ, ਬਹਿਸਾਂ ਵੀ ਹੁੰਦੀਆਂ ਸਨ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬੋਲ ਜਿਹੜੇ ਉਹਨਾਂ ਨੂੰ ਸਮਝਾਏ ਕਿ ਕਿਸੇ ਦਾ ਹੱਕ ਮਾਰਨਾ, ਹੱਕ ਪਰਾਇਆ ਨਾਨਕਾ ਹੈ ਨਾਨਕ, ਕਿਸੇ ਦਾ ਹੱਕ ਮਾਰਨਾ ਉਹ ਮੁਸਲਮਾਨ ਵਾਸਤੇ ਸੂਰ ਖਾਨ ਦੇ ਬਰਾਬਰ ਹੈ ਤੇ ਸਨਾਤਨੀਆਂ ਵਾਸਤੇ ਉਹ ਗਾਂ ਖਾਨ ਦੇ ਬਰਾਬਰ ਹੈ। ਪਰ ਇਹ ਗੱਲ ਸਮਝਾਈ ਕਿ ਗੁਰ ਪੀਰ ਹਾਮਾ ਤਾਂ ਭਰੇ, ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਕਿਸੇ ਦਾ ਹੱਕ ਮਾਰ ਲਵੋ, ਤੁਸੀਂ ਜਿੰਨੇ ਵੱਡੇ ਮਰਜ਼ੀ ਅਮੀਰ ਬਣ ਜਾਓ, ਤੇ ਤਾਂ ਹੈ ਜਿਹੜੇ ਗੁਰ ਪੀਰ ਹਨ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ, ਆਪਣੇ ਗੁਰੂ ਮੰਨਦੇ ਹੋ, ਪੀਰ ਮੰਨਦੇ ਹੋ, ਉਹ ਤੁਹਾਡੀ ਤਾਂ ਹੀ ਸਪੋਰਟ ਕਰਨਗੇ ਤੇ ਜਾਂ ਮੁਰਦਾਰ ਨਾ ਖਾਏ। ਕਿ ਜੇ ਤੁਸੀਂ ਇਹ ਪਰਾਇਆ ਹੱਕ ਵਾਲਾ ਸੂਰ ਉਸ ਗਾਏ ਦਾ ਤੁਸੀਂ ਸੇਵਨ ਨਹੀਂ ਕਰੋਗੇ, ਜੇ ਤੁਸੀਂ ਕਿਸੇ ਪਰਾਏ ਦਾ ਹੱਕ ਨਹੀਂ ਮਾਰੋਗੇ, ਤੇ ਤਾਂ ਹੀ ਤੁਹਾਡੀ ਜਿਹੜੀ ਹੈ ਉਹ ਗੁਰਪੀਰ ਜਿਹੜੀ ਹੈ ਉਹ ਸਪੋਰਟ ਕਰੇਗਾ। ਭਾਵ ਤਾਂ ਹੀ ਤੁਸੀਂ ਧਰਮੀ ਅਖਵਾਓਗੇ। ਕਿ ਜੇ ਐਸਾ ਕਰਦੇ ਹੋ ਤੇ ਤੁਸੀਂ ਧਰਮੀ ਵੀ ਨਹੀਂ ਅਖਵਾ ਸਕਦੇ। ਫਿਰ ਇਹ ਗੱਲ ਸਤਿਗੁਰੂ ਜੀ ਨੇ ਮਾਝ ਕੀ ਵਾਰ ਵਿੱਚ ਵੀ ਫਰਮਾਈ ਹੈ 140 ਪੰਨੇ ਦੇ ਉੱਪਰ ਕਿ ਜੇ ਰਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ, ਜਿਉ ਰਤ ਪੀਵੇਂ ਮਾਨਸਾ ਤਿਨ ਕਿਉ ਨਿਰਮਲ ਚੀਤ। अब जेकर कपड़े के ऊपर खून लग जाए तो ਅਸੀਂ ਕਹਿੰਦੇ ਹਾਂ ਵੀ ਕਪੜਾ ਮੈਲਾ ਹੋ ਗਿਆ, ਇਹਨੂੰ ਖਰਾਬ ਹੋ ਗਿਆ, ਇਸ ਨੂੰ ਮਤਲਬ ਅਸੀਂ ਧੋਣਾ ਹੈ, ਇਹਨੂੰ ਲਾਣਾ ਹੈ, ਸੁੱਟ ਦੇਣੇ ਅਸੀਂ। ਤੇ ਜਿਹੜੇ ਮਨੁੱਖਾਂ ਦਾ ਹੱਕ ਮਾਰ ਕੇ ਧੱਕਾ ਕਰਕੇ ਉਹਨਾਂ ਦਾ ਖੂਨ ਪੀਂਦੇ ਹਨ, ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਉਹਨਾਂ ਨੂੰ ਨਹੀਂ ਦਿੰਦੇ, ਉਹਦੇ ਵਿੱਚ ਆਪਣਾ ਹੱਕ ਮਾਰਦੇ ਹਨ ਉਹਨਾਂ ਦਾ, ਤਾਂ ਤਿੰਨ ਕਿਉਂ ਨਿਰਮਲ ਚੀਤ, ਐਸੇ ਬੰਦਿਆਂ ਦਾ ਚਿੱਤ ਕਿਵੇਂ ਨਿਰਮਲ ਹੋ ਰਹਿ ਸਕਦਾ ਹੈ ਜਿਹੜੇ ਕਿਸੇ ਦਾ ਹੱਕ ਮਾਰਦੇ ਹਨ। ਨਾਨਕ ਨਾਉ ਖੁਦਾ ਕਾ ਦਿਲ ਅੱਛੇ ਮੁਖ ਲੈ, ਕਿ ਜਿਹੜੇ ਖੁਦਾ ਦਾ ਨਾਮ ਲੈਂਦੇ ਹਨ ਉਹਨਾਂ ਦੇ ਦਿਲ ਅੱਛੇ ਹੁੰਦੇ ਹਨ ਔਰ ਉਹਨਾਂ ਦਾ ਮੁਖ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਜਿਹੜਾ ਹੈ ਉਹ ਜੁੜਦਾ ਹੈ। ਅਵਰ ਦਿਵਾਜੇ ਦੁਨੀ ਕੇ ਝੂਠੀ ਅਮਲ ਕਰੇ, ਕਿ ਹੋਰ ਜਿਹੜੇ ਵੀ ਦੁਨੀਆ ਦੇ ਅੰਦਰ ਬੜੇ ਆਪਣੇ ਆਪ ਨੂੰ ਮਾਰਕੇ ਦੇ ਬੰਦੇ ਕਰਦੇ ਹਨ, ਬੜੀ ਆਪਣੀ ਨੌਬਤ ਹੋ ਜਾਂਦੇ ਹਨ, ਉਹ ਝੂਠੇ ਅਮਲ ਕਰਦੇ ਹਨ। ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਿਲਕੁਲ ਨਰਕ ਵਾਂਗਰ ਹੈ। ਉਹ ਕਿਸੇ ਵੀ ਜਗ੍ਹਾ ਦੇ ਉੱਪਰ ਉਹਨਾਂ ਦਾ ਪਰਾਇਆ ਹੱਕ ਮਾਰਿਆ ਹੋਇਆ ਪ੍ਰਵਾਨ ਨਹੀਂ ਹੋਏਗਾ। ਭਾਵੇਂ ਜਿੰਨੇ ਮਰਜ਼ੀ ਉਹ ਆਪਣੇ ਆਪ ਨੂੰ ਇਸਟੈਬਲਿਸ਼ ਦੱਸਣ, ਉੱਚੀ ਅਵਸਥਾ ਦੇ ਉੱਪਰ ਭਾਵੇਂ ਬੈਠੇ ਹੋਣ, ਕਿੰਨੇ ਵੀ ਅਮੀਰ ਕਿਉਂ ਨਾ ਹੋਣ। ਤਾਂ ਉਪਰੋਕਤ ਗੁਰੂ ਵਾਕਾਂ ਤੋਂ ਇਹ ਸਪਸ਼ਟ ਗੱਲ ਹੈ ਕਿ ਸਮਾਜ ਵਿੱਚ ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ, ਨਾ ਹੀ ਕਮਜ਼ੋਰ ਲੋਕਾਂ ਦਾ ਹੱਕ ਮਾਰਿਆ ਜਾਣਾ ਚਾਹੀਦਾ ਹੈ। ਖੁਸ਼ੀਆਂ ਖੇੜੇ ਭਰਿਆ ਉਹੀ ਸਮਾਜ ਹੋ ਸਕਦਾ ਹੈ ਜਿਸ ਵਿੱਚ ਨਾ ਤਾਂ ਕੁਝ ਲੋਕੀ ਬਹੁਤ ਹੀ ਅਮੀਰ ਹੋਣ ਅਤੇ ਨਾ ਹੀ ਉਸ ਵਿੱਚ ਗੁਰਬਤ ਨਿਰਧਨਤਾ ਦਾ ਬੋਲਬਾਲਾ ਹੋਵੇ। ਤੋ ਇਹਨਾਂ ਗੱਲਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀਆਂ ਜੋ ਇਹ ਵਿਚਾਰਧਾਰਾ ਹੈ, ਸਮਾਜਿਕ ਵਿਚਾਰਧਾਰਾ ਹੈ, ਸਮਾਜਿਕ ਏਕਤਾ ਦੀ, ਸਮਾਜਵਾਦੀ ਜਿਹੜੀ ਇਹ ਵਿਚਾਰਧਾਰਾ ਹੈ, ਇਸ ਨੂੰ ਇੰਪਲੀਮੈਂਟ ਕਰਨ ਵਾਸਤੇ ਸਾਨੂੰ ਬਹੁਤ ਕੁਝ ਕਰਨਾ ਪਏਗਾ। ਜਿਨ੍ਹਾਂ ਕੋਲ ਬਹੁਤ ਹੈ ਉਹਨਾਂ ਨੂੰ ਵੀ ਕਰਨਾ ਪਏਗਾ, ਜਿਨ੍ਹਾਂ ਕੋਲ ਘੱਟ ਹੈ ਉਹਨਾਂ ਨੂੰ ਵੀ ਕਰਨਾ ਪਏਗਾ। ਤੋ ਇਹ ਪੈਰਿਟੀ ਲਿਆਉਣ ਵਾਸਤੇ ਕਿ ਇੱਕ ਦੂਜੇ ਦੀ ਅਸੀਂ ਮਦਦ ਕਰੀਏ, ਤੇ ਉਸ ਵਾਸਤੇ ਇਹ ਸੁਪਨਾ ਗੁਰੂ ਨਾਨਕ ਪਾਤਸ਼ਾਹ ਦਾ ਤਾਂ ਹੀ ਸਾਕਾਰ ਹੋ ਸਕਦਾ ਹੈ ਜੇ ਅਸੀਂ ਸਿੱਖ ਕਾਮਨਵੈਲਥ ਦੀ ਗੱਲ ਕਰੀਏ। ਕਿ ਜਿੱਥੇ ਅਸੀਂ ਜਿਵੇਂ ਕਿ ਮਿਸਲਾਂ ਦੇ ਵਕਤ ਹੁੰਦਾ ਸੀ ਕਿ ਮਿਸਲਾਂ ਦੇ ਵਿੱਚ ਜਿਹੜੇ ਵੀ ਮਿਸਲਾਂ ਦੇ ਲੋਕ ਜੋ ਕੁਝ ਵੀ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ ਉਹ ਲਿਆ ਕਰਕੇ ਇੱਕ ਜਗ੍ਹਾ ਦੇ ਉੱਪਰ ਇਕੱਠੇ ਰੱਖਦੇ ਸਨ, ਤੇ ਇਕੱਠੇ ਰੱਖ ਕੇ ਫਿਰ ਉਹ ਛਕਦੇ ਵੀ ਲੰਗਰ ਇਕੱਠੇ ਸਨ।
ਫਿਰ ਜੋ ਕੁਝ ਵੀ ਉਹਨਾਂ ਨੂੰ ਹੁੰਦਾ ਸੀਗਾ ਉਹ ਵੰਡ ਵੀ ਦਿੰਦੇ ਨੇ ਆਪਸ ਦੇ ਵਿੱਚ, ਤੇ ਉਹਦੇ ਇਕਾਣੀ ਵੰਡ ਨਹੀਂ ਸੀ ਹੁੰਦੀ, ਸਾਰਿਆਂ ਦੇ ਵਿੱਚ ਬਰਾਬਰ ਦੀ ਵੰਡ ਹੁੰਦੀ ਸੀ। ਤੋ ਐਸਾ ਸੁਪਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਹੈ, ਇਹ ਕਿਵੇਂ ਪੂਰਾ ਹੋ ਸਕਦਾ ਹੈ, ਇਸ ਬਾਰੇ ਹੋਰ ਵਿਚਾਰ ਕਰਨ ਦੀ ਡੂੰਘਾਈ ਨਾਲ ਜ਼ਰੂਰਤ ਹੈ। ਸਾਧ ਸੰਗਤ ਅਤੇ ਸੇਵਾ, ਹੁਣ ਇੱਕ ਬਹੁਤ ਵੱਡਾ ਜਿਹੜੀ ਗੱਲ ਹੈ ਸਾਧ ਸੰਗਤ ਦੀ ਅਤੇ ਸੇਵਾ ਦੀ, ਕਿ ਅਸੀਂ ਇਹ ਗੱਲ ਮੰਨਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਵਿੱਚੋਂ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਕਿ ਸੰਗਤ ਤੋਂ ਬਿਨਾ ਅਸੀਂ ਕੁਝ ਵੀ ਪ੍ਰਾਪਤੀ ਨਹੀਂ ਕਰ ਸਕਦੇ, ਕਿਉਂਕਿ ਜੋ ਸਿਸਟਮ ਹੈ ਅਕਾਲ ਪੁਰਖ, ਗੁਰੂ, ਸਿੱਖ ਤੇ ਸਾਧ ਸੰਗਤ, ਤੋਂ ਜੋ ਵੀ ਅਸੀਂ ਕਰਨਾ ਹੈ ਉਹ ਸਾਧ ਸੰਗਤ ਦੇ ਵਿੱਚ ਹੀ, ਸਾਧ ਸੰਗਤ ਬਿਨ ਭਉ ਨਹੀਂ ਉਪਜੇ, ਪੈ ਨਹੀਂ ਉਪਜੇ, ਪੈ ਬਿਨ ਭਾਵ ਬਿਨ ਭਗਤ ਨਾ ਹੋਏ ਤੇਰੀ, ਕਿ ਸਾਧ ਸੰਗਤ ਤੋਂ ਬਿਨਾ ਸਾਡੇ ਮਨ ਵਿੱਚ ਪ੍ਰੇਮ ਨਹੀਂ ਪੈਦਾ ਹੋ ਸਕਦਾ, ਤੇ ਭਉ ਤੋਂ ਬਿਨਾ, ਪਿਆਰ ਤੋਂ ਬਿਨਾ ਅਸੀਂ ਪ੍ਰਮਾਤਮਾ ਦੀ ਜਿਹੜੀ ਹੈ ਸਿਫਤ ਸਲਾਹ ਨਹੀਂ ਕਰ ਸਕਦੇ। ਤੋ ਇਸ ਕਰਕੇ ਸਾਧ ਸੰਗਤ ਵਿੱਚ ਜੁੜਨਾ ਅਤ ਜ਼ਰੂਰੀ ਹੈ। ਸਾਧ ਸੰਗਤ ਇੱਕ ਅਜਿਹੀ ਥਾਂ ਹੈ ਜਿੱਥੇ ਧਰਮ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਦੇਣ ਦੀ ਪ੍ਰੇਰਣਾ ਮਿਲਦੀ ਹੈ, ਕਿ ਜਿਵੇਂ ਅਸੀਂ ਕਿਸੇ ਸੇਵਾ ਕਰਨੀ ਹੈ ਤਾਂ ਸੰਗਤ ਵਿੱਚ ਬੈਠ ਕਰਕੇ, ਪੁਰਾਣੇ ਸਮੇਂ ਅੰਦਰ ਪੱਖਾ ਚੱਲਿਆ ਜਾਂਦਾ ਸੀ, ਤੇ ਹੁਣ ਵੀ ਕਈ ਐਸੇ ਸੁੱਖ ਸੁਵਿਧਾਵਾਂ ਜਿਹੜੀਆਂ ਹਨ ਉਹ ਸੰਗਤ ਵਾਸਤੇ ਪੈਦਾ ਕੀਤੀਆਂ ਜਾ ਸਕਦੀਆਂ ਹਨ, ਔਰ ਪੈਦਾ ਕੀਤੀਆਂ ਵੀ ਜਾ ਰਹੀਆਂ ਹਨ। ਤੋ ਸਾਧ ਸੰਗਤ ਵਿੱਚ ਬੈਠਣ ਦਾ ਇਹ ਮਤਲਬ ਹੁੰਦਾ ਹੈ ਕਿ ਜਿਹੜਾ ਪਹਿਲਵਾਨ ਕਹਿੰਦੇ ਨੇ ਕਿ ਜਦ ਤੱਕ ਆਪਣੇ ਘਰ ਵਿੱਚ ਹੀ ਕਸਰਤ ਕਰਦਾ ਹੈ ਉਹ ਪਹਿਲਵਾਨ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹ ਅਖਾੜੇ ਵਿੱਚ ਨਹੀਂ ਜਾਂਦਾ, ਤੇ ਜਦੋਂ ਅਖਾੜੇ ਵਿੱਚ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਦੂਜੇ ਵੀ ਮੇਰੇ ਤੋਂ ਵੱਧ ਪਹਿਲਵਾਨ ਹਨ। ਤੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਸੰਗਤ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਉੱਥੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਦੋ ਇੱਕ ਝੜਨਦੀਆਂ, ਕਿ ਸਾਡੇ ਤੋਂ ਵੀ ਵੱਧ ਗੁਰਸਿੱਖ ਜਿਹੜੇ ਹਨ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ, ਲੈਕਚਰ ਕਰਨ ਵਾਲੇ ਸਾਧ ਸੰਗਤ ਵਿੱਚ ਹਨ, ਤੇ ਸਾਡਾ ਮਨ ਜਿਹੜਾ ਹੈ ਉਹ ਨਿਮਰਤਾ ਵਾਲੇ ਪਾਸੇ ਆਉਂਦਾ, ਤੇ ਫਿਰ ਅਸੀਂ ਉਹਨਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਤੋ ਇਸ ਤਰੀਕੇ ਨਾਲ ਸਾਡਾ ਸਾਧ ਸੰਗਤ ਵੀ ਜਾਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਪੰਜਮ ਪਾਤਸ਼ਾਹ ਨੇ ਵੀ ਸਾਨੂੰ ਇਹ ਗੱਲ ਕਹੀ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਨਾਮ ਸਿਮਰਨ ਦੀ ਗੱਲ ਹੈ। ਹਾਂ, ਘਰ ਵਿੱਚ ਵੀ ਤੁਸੀਂ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾਮ, ਮਾਰਗ ਚਲਤ ਹਰਿਆ ਰਗਾਈਐ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਈਐ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਗੁਰੂ ਤੇ ਚੰਗਾ ਲੱਗੇਗਾ, ਲੇਕਿਨ ਜਿਸ ਨੂੰ ਦਿਆਲ ਹੋਏ ਮੇਰਾ ਸਤਿਗੁਰ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਤੋ ਇਹ ਸਾਧ ਸੰਗਤ ਦੀ ਬੜੀ ਉਪਮਾ ਹੈ। ਸਾਧ ਸੰਗ ਅਸਥਾਨ ਜਗਮਗ ਨੂਰ ਹੈ। ਤੋ ਸਾਧ ਸੰਗਤ ਵਿੱਚ ਬੈਠ ਕਰਕੇ ਹੀ ਅਸੀਂ ਜਿਹੜੇ ਹਨ ਚੰਗੇ ਲੱਗਦੇ ਹਾਂ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗਤ ਵਿੱਚ ਬੈਠੇ ਹੋਣ ਉਹ ਬੜੇ ਸੋਹਣੇ ਲੱਗਦੇ ਹਨ, ਚੰਗੇ ਲੱਗਦੇ ਹਨ। ਤੋ ਸਾਧ ਸੰਗਤ ਵਿੱਚ ਬੈਠਣਾ ਬਹੁਤ ਹੀ ਸਾਨੂੰ ਪ੍ਰੇਰਨਾਦਾਇਕ ਹੈ। ਸਾਧ ਸੰਗੀਆਂ ਦੇ ਦੁੱਖ ਸੁੱਖ ਸਾਂਝੇ ਹੁੰਦੇ ਹਨ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ, ਕੀਤੀਆਂ ਜਾਂਦੀਆਂ ਹਨ, ਅਤੇ ਧਰਮ ਨੂੰ ਜੁਗਾ ਜੁਗਾਤਾ ਤੇ ਜਿਉਂਦਾ ਰੱਖਣ ਦਾ ਜਿਹੜਾ ਹੈ ਉਹ ਵਿਉਂਤਿਆ ਔਰ ਉਪਰਾਲੇ ਪ੍ਰੋਗਰਾਮ ਜਿਹੜੇ ਹੁਣ ਸਾਧ ਸੰਗਤ ਵਿੱਚ ਹੀ ਬਣਦੇ ਹਨ। ਅਸੀਂ ਦੁੱਖ ਸੁੱਖ ਵੀ ਸਾਧ ਸੰਗਤ ਵਿੱਚ ਜਾ ਕਰਕੇ ਸਾਂਝੇ ਕਰਦੇ ਹਾਂ। ਆਨੰਦ ਕਾਰਜ ਵੀ ਸਾਧ ਸੰਗਤ ਵਿੱਚ ਹੁੰਦੇ ਹਨ। ਜੇ ਕਿਸੇ ਦਾ ਕੋਈ ਭੋਗ ਇਤਿਆਦਿ ਹੈ, ਅੰਤਮ ਅਰਦਾਸ ਵੀ ਸਾਧ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਹੁੰਦੀ ਹੈ। ਤੋ ਇਹ ਸਾਧ ਸੰਗਤ ਦੀ ਬੜੀ ਉਪਮਾ ਹੈ, ਬੜੀ ਇੰਪੋਰਟੈਂਸ ਹੈ, ਔਰ ਇਹਦੇ 'ਚ ਅਸੀਂ ਗੁਰ ਵਿਚਾਰਾਂ ਦੇ ਨਾਲ ਅਸੀਂ ਜੁੜ ਪਾ ਸਕਦੇ ਹਾਂ, ਸਾਂਝ ਪਾ ਸਕਦੇ ਹਾਂ। ਸਾਧ ਸੰਗਤ ਵਿੱਚ ਜਾਣ ਦਾ ਮੁੱਖ ਪ੍ਰਯੋਜਨ ਤਾਂ ਪ੍ਰਭੂ ਦੀ ਸਿਫਤ ਸਲਾਹ ਕਰਨਾ ਅਤੇ ਆਪਣੇ ਧਰਮ ਦੇ ਵਿਸ਼ਵਾਸਾਂ ਨਾਲ ਜੁੜੇ ਰਹਿਣਾ ਹੈ। ਇਸ ਦੇ ਨਾਲ ਹੀ ਮਨੁੱਖੀ ਸਮਾਜ ਦੀ ਭਲਾਈ ਦੀ ਪ੍ਰੇਰਨਾ ਵੀ ਸਾਧ ਸੰਗਤ ਤੋਂ ਹੀ ਮਿਲਦੀ ਹੈ। ਗੁਰੂ ਮਹਾਰਾਜ ਜਿੱਥੇ ਮਨੁੱਖ ਦੀ ਨਿੱਜੀ ਮੁਕਤੀ ਦੇ ਚਾਹਵਾਨ ਸਨ, ਉੱਥੇ ਮਨੁੱਖਾਂ ਨੂੰ ਭਰਾਵਾਂ ਦੀ ਤਰ੍ਹਾਂ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਦੇ ਭਾਈਵਾਲ ਹੋਣਾ ਵੀ ਲੋਚਦੇ ਸਨ। ਆਪ ਸੰਗਤਾਂ ਦੇ ਰਾਹੀਂ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ, ਜਿੱਥੇ ਪਹਿਲਾਂ ਲੋਕੀ ਪੂਜਾ ਲਈ ਦੁਨੀਆ ਤੋਂ ਦੂਰ ਨੱਸਦੇ ਸਨ। ਜੰਗਲਾਂ, ਪਹਾੜਾਂ ਅਤੇ ਨਦੀਆਂ ਦੇ ਕੰਢੇ ਉੱਤੇ ਜਾ ਕੇ ਪ੍ਰਭੂ ਵਿੱਚ ਆਪਣਾ ਧਿਆਨ ਜੋੜਦੇ ਸਨ। ਉੱਥੇ ਸਤਿਗੁਰਾਂ ਨੇ ਸਾਧ ਸੰਗਤ ਵਿੱਚ ਆ ਕੇ ਨਾਮ ਜਪਣ ਦੀ ਪ੍ਰੇਰਣਾ ਦਿੱਤੀ। ਗੁਰੂ ਨਾਨਕ ਪਾਤਸ਼ਾਹ ਨੇ ਸੰਗਤਾਂ ਦੀ ਧਰਮ ਦੀ ਸਿਖਲਾਈ ਦੇਣ ਵਾਲਾ ਕੇਂਦਰ ਦੇ ਰੂਪ ਵਿੱਚ ਸੰਗਤ ਦੀ, ਸਾਧ ਸੰਗਤ ਦੀ ਉਸਾਰੀ ਕੀਤੀ। ਉਦਾਸੀਆਂ ਸਮੇਂ ਆਪਣੇ ਜਿੱਥੇ ਵੀ ਸੰਗਤਾਂ ਥਾਪੀਆਂ,
ਉੱਥੇ ਨਾਲ ਇੱਕ ਪ੍ਰਚਾਰਕ ਜ਼ਰੂਰ ਨਿਯੁਕਤ ਕੀਤਾ, ਜਿਸ ਦਾ ਕੰਮ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਵਿਚਾਰਾਂ ਦੇ ਨਾਲ ਜੋੜੀ ਰੱਖਣਾ। ਉਹੀ ਕੰਮ ਹੁਣ ਵੀ ਗੁਰਦੁਆਰਿਆਂ ਦਾ ਵੀ ਇਹੀ ਫਰਜ਼ ਹੈ ਕਿ ਉਹ ਵੀ ਇਹ ਕੁਛ ਕਰਨ। ਇਹਨਾਂ ਸੰਗਤਾਂ ਵਿੱਚ ਮਨੁੱਖ ਅੰਦਰ ਸੇਵਾ ਦੀ ਭਾਵਨਾ ਪੈਦਾ ਕਰਕੇ ਉਸ ਨੂੰ ਸੇਵਾ ਦੀ ਅਮਲੀ ਟ੍ਰੇਨਿੰਗ ਦਿੱਤੀ ਜਾਂਦੀ। ਮਨੁੱਖ ਤਨ ਮਨ ਧਨ ਨਾਲ ਸੇਵਾ ਕਰਦੇ। ਸੰਗਤਾਂ ਵਿੱਚ ਇਹ ਉਪਦੇਸ਼ ਮਿਲਦਾ ਹੈ ਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਸ੍ਰੀ ਰਾਗ ਅਸ਼ਟਪਦੀ ਪੰਨਾ 26। ਕਾਲ ਖਾਏ ਕਿ ਜੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸਾਰੰਗ ਕੀ ਵਾਰ ਮਹੱਲਾ ਪਹਿਲਾ ਪੰਨਾ 1245। ਕਿ ਸਭ ਸੰਗਤ ਵਿੱਚ ਸਭ ਵਰਨਾ ਫਿਰਕਿਆਂ ਧਰਮ ਦੇ ਲੋਕ ਇਕੱਠੇ ਬਹਿੰਦੇ ਸਨ, ਇਕੱਠੇ ਲੰਗਰ ਛਕਦੇ ਸਨ ਅਤੇ ਸਰੋਵਰਾਂ ਵਿੱਚ ਇਕੱਠੇ ਇਸ਼ਨਾਨ ਕਰਦੇ ਸਨ। ਇਹ ਸੰਗਤਾਂ ਨੇ ਮਨੁੱਖ ਅੰਦਰ ਪਈਆਂ ਤਰੇੜਾਂ ਨੂੰ ਦੂਰ ਕਰਕੇ ਇੱਕ ਨਵੇਂ ਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾਇਆ। ਇਹਨਾਂ ਸੰਗਤਾਂ ਵਿੱਚ ਹੀ ਧਰਮ ਔਰ ਦ੍ਰਿੜ ਰਹਿਣ, ਆਜ਼ਾਦੀ ਨਾਲ ਜਿਉਣ ਅਤੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਦੀ ਸਿੱਖਿਆ ਵੀ ਮਿਲਦੀ। ਮਨੁੱਖੀ ਭਲਾਈ ਦੀ ਖਾਤਰ ਅਤੇ ਧਰਮ ਲਈ ਹਜ਼ਾਰਾਂ ਹੀ ਬੰਦ ਕਟਾਉਣ ਵਾਲੇ, ਆਰਿਆਂ ਨਾਲ ਸਰੀਰ ਚਰਾਉਣ ਵਾਲੇ, ਦੇਗਾਂ ਵਿੱਚ ਉਬਲਣ ਲਈ ਤਿਆਰ ਹੋਣ ਵਾਲੇ, ਖੋਪਰੀਆਂ ਲਾਹੁਣ ਵਾਲੇ, ਚਰਖੜੀਆਂ ਤੇ ਚੜ ਕੇ ਤੂੰਬਾ ਹੋ ਜਾਣ ਵਾਲੇ, ਜਿਉਂਦੇ ਜੀ ਅੱਗ ਵੀ ਸੜ ਜਾਣ ਵਾਲੇ, ਨੀਹਾਂ ਵਿੱਚ ਚਿਣੇ ਜਾਣ ਵਾਲੇ ਤੇ ਹੋਰਾਂ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਵਾਨ ਮਰਦ ਅਤੇ ਆਪਣੇ ਮਾਸੂਮ ਬੱਚਿਆਂ ਨੂੰ ਸਾਹਮਣੇ ਸ਼ਹੀਦ ਹੁੰਦਾ ਦੇਖਣ ਵਾਲੀਆਂ ਅਤੇ ਆਪਣੇ ਗਲਾਂ ਵਿੱਚ ਬੱਚਿਆਂ ਦੀ ਆਂਦਰਾਂ ਤੇ ਹਾਰ ਪਾਏ ਜਾਣ ਦੇ ਹਿਮਾਲਿਆ ਦੀ ਤਰ੍ਹਾਂ ਅਡੋਲ ਰਹਿਣ ਵਾਲੀਆਂ ਸਿੰਘਣੀਆਂ ਸਭ ਇਹਨਾਂ ਸੰਗਤ ਦੀ ਹੀ ਦੇਣ ਹਨ। ਸੋ ਸੰਗਤਾਂ ਇੱਕ ਸੁਚੱਜੇ ਅਤੇ ਜੀਵਨ ਦੀਆਂ ਉੱਚੀਆਂ ਕੀਮਤਾਂ ਕਦਰਾਂ ਵਾਲੇ ਸਮਾਜ ਦੀਆਂ ਨਿਰਮਾਤਾ ਹਨ ਅਤੇ ਇਹਨਾਂ ਉੱਚੀਆਂ ਕੀਮਤਾਂ ਦੀ ਰਾਖਿਆ ਕਰਨ ਵਾਲੀਆਂ ਹਨ। ਸਾਰ ਰੂਪ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਤਿਗੁਰੂ ਦਾ ਆਸ਼ਾ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਸੀ, ਜਿਵੇਂ ਮੈਂ ਹੁਣੇ ਬੇਨਤੀ ਕੀਤੀ ਹੈ ਕਿ ਜਿੱਥੇ ਔਰਤਾਂ ਦੀ ਬਰਾਬਰੀ ਦੀ ਗੱਲ ਹੈ, ਉੱਥੇ ਔਰਤਾਂ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਮਾਤਾ ਜੀ, ਮਾਤਾ ਤ੍ਰਿਪਤਾ ਜੀ ਤੋਂ ਲੈ ਕੇ ਭੈਣ ਨਾਨਕੀ ਜੀ, ਫਿਰ ਗੁਰੂ ਅੰਗਦ ਦੇਵ ਜੀ ਦੇ ਘਰੋਂ ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਨਾਨਕੀ ਜੀ, ਉਸ ਤੋਂ ਬਾਅਦ ਅੱਗੋਂ ਜਿੰਨੇ ਵੀ ਮਾਤਾਵਾਂ ਹਨ, ਮਾਤਾ ਗੁਜਰ ਕੌਰ ਜੀ, ਇਹਨਾਂ ਸਾਰਿਆਂ ਦੇ ਜੀਵਨ ਔਰ ਬਹਾਦਰਨੀਆਂ, ਹਰਸ਼ਰਨ ਕੌਰ ਜੀ, ਮਾਈ ਭਾਗੋ, ਅਨੇਕਾਂ ਐਸੀਆਂ ਇਸਤਰੀਆਂ ਹੋਈਆਂ ਹਨ ਜਿਨ੍ਹਾਂ ਨੇ ਇਸ ਜੋ ਅਪਰਚੁਨਿਟੀ ਉਹਨਾਂ ਨੂੰ ਮਿਲੀ ਆ ਉਹਦੇ ਨਾਲ ਮਰਦਾਂ ਦੇ ਨਾਲ ਮੈਦਾਨੇ ਜੰਗ ਅੰਦਰ ਵੀ ਜੂਝੀਆਂ ਹਨ। ਤੋਂ ਐਸੀ ਵਿਚਾਰਧਾਰਾ ਜਿਹੜੀ ਹੈ ਉਹ ਸਿੱਖ ਸਮਾਜ ਨੇ ਦਿੱਤੀ ਹੈ ਔਰ ਉਹ ਸਮਾਜ ਦੇ ਵਿੱਚ ਐਸੀ ਸਿਰਜਣਾ ਗੁਰੂ ਨਾਨਕ ਪਾਤਸ਼ਾਹ ਨੇ ਕਰਨੀ ਸੀ ਕਿ ਸਗੋਂ ਆਪਣੇ ਸਕੇ ਭਰਾਵਾਂ ਦੀ ਤਰ੍ਹਾਂ ਇੱਕ ਦੂਜੇ ਲਈ ਪਿਆਰ ਕਰਦੇ, ਹਮਦਰਦੀ ਦੀ ਭਾਵਨਾ ਰੱਖਦੇ ਤੇ ਲੋੜ ਪੈਣ ਦੇ ਉੱਪਰ ਮੈਦਾਨੇ ਜੰਗ ਅੰਦਰ ਖੰਡੇ ਵੀ ਖੜਕਾਉਂਦੇ। ਮਨੁੱਖ ਆਪ ਕਿਰਤ ਕਰਨ ਅਤੇ ਆਪਣੇ ਨਾਲ ਦੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ। ਲੋਕ ਉੱਚੀਆਂ ਸੁੱਚੀਆਂ ਜੀਵਨ ਕਦਰਾਂ ਦੇ ਧਾਰਨੀ ਹੋਣ, ਸੇਵਾ ਭਾਵਨਾ ਵਾਲੇ ਹੋਣ, ਰੁਪਏ ਪੈਸੇ ਦੀ ਲੁੱਟ ਖਸੁੱਟ ਨਾ ਹੋਵੇ, ਸਗੋਂ ਸਭ ਮਨੁੱਖਾਂ ਦਾ ਮਨੋਰਥ ਸਰਬਤ ਦਾ ਭਲਾ ਹੋਵੇ। ਸੋ ਅੱਜ ਦੀ ਵਿਚਾਰ ਮੈਂ ਇੱਥੇ ਹੀ ਵਿਸ਼ਰਾਮ ਦੇਣਾ ਹਾਂ ਤੇ ਅੱਗੋਂ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਰਾਜਨੀਤਿਕ ਜੋ ਵਿਊ ਪੁਆਇੰਟ ਸੀ ਗੁਰੂ ਨਾਨਕ ਪਾਤਸ਼ਾਹ ਦਾ ਉਹ ਵੀ ਆਪ ਜੀ ਦੇ ਨਾਲ ਔਰ ਇਸ ਦੇ ਨਾਲ ਹੋਰ ਜੁੜੇ ਹੋਏ ਜੋ ਮਸਲੇ ਹਨ, ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਹਨ, ਉਹ ਵੀ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ ਜਿਹੜੇ ਬੜੇ ਜ਼ਰੂਰੀ ਹਨ। ਤੋਂ ਅੱਜ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਮੈਂ ਆਪ ਪਾਸੋਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਵੀਰ ਤੇਜਿੰਦਰ ਸਿੰਘ ਜੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਵਿਚਾਰ ਸਾਰਾ ਸਾਡੇ ਸਾਹਮਣੇ ਰੱਖੀ ਉਹ ਅਸੀਂ ਵਿਚਾਰਾਂ ਸਰਵਣ ਕਰ ਰਹੇ ਸਾਂ। ਸਤਿਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਰੱਬ ਦੇ ਘਰ ਵਿੱਚ ਬਾਹਰਲੀ ਪੋਚਾ ਪਾਚੀ ਨਹੀਂ ਵੇਖੀ ਜਾਂਦੀ, ਅੰਦਰਲਾ ਜੀਵਨ ਵੇਖਿਆ ਜਾਂਦਾ ਹੈ। ਬਾਹਰੀ ਕਰਮ ਧਰਮ ਮਨੁੱਖ ਦੇ ਕੁਝ ਵੀ ਹੋ ਸਕਦੇ ਹਨ, ਲੇਕਿਨ ਜਦ ਤੱਕ ਜੀਵਨ ਘੜਿਆ ਨਹੀਂ ਜਾਂਦਾ ਉਦੋਂ ਤੱਕ ਪ੍ਰਮਾਤਮਾ ਦੇ ਘਰ ਵਿੱਚ ਸਾਡਾ ਸਥਾਨ ਨਹੀਂ ਬਣਦਾ। ਤੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਸਾਰੇ ਸੰਸਾਰ ਦੇ ਲੋਕਾਂ ਨੂੰ ਸਮਝਾਈ, ਕੇਵਲ ਸਿੱਖਾਂ ਲਈ ਨਹੀਂ ਸੀ। ਧਰਮ ਦੇ ਨਾਂ ਤੇ ਜੋ ਚੱਲ ਰਿਹਾ ਸੀ ਉਹਨਾਂ ਪਖੰਡਾਂ ਚੋਂ ਕੱਢ ਕੇ ਇੱਕ ਅਥਾਹ ਮੁਹੱਬਤ ਦਾ ਪ੍ਰਗਟਾਵਾ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਨਾਲ ਕੀਤਾ।
ਇਸੇ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ, ਇਹ ਕੁਝ ਨਾਮ ਦੇ ਨਾਲ ਵੀ ਸਤਿਗੁਰੂ ਜੀ ਨੂੰ ਯਾਦ ਕੀਤਾ ਜਾਂਦਾ ਸੀ। ਸਤਿਗੁਰੂ ਜੀ ਦਾ ਜਿਹੜਾ ਵਿਚਾਰਧਾਰਾ ਬੜੀ ਸਪਸ਼ਟ ਹੈ ਕਿ ਪਿਆਰ ਹੀ ਅਸਲ ਵਿੱਚ ਰੱਬੀ ਪਿਆਰ ਤੇ ਮਨੁੱਖਤਾ ਨਾਲ ਪਿਆਰ ਹੀ ਜੀਵਨ ਦਾ ਤੱਤ ਹੈ। ਦਿਲ ਦੇ ਵਿੱਚ ਜਿੰਨੀ ਦੇਰ ਤੱਕ ਪਿਆਰ ਦੇ ਨਿਰਛਲ ਹੋ ਕੇ ਜਜ਼ਬੇ ਨਹੀਂ ਉਗਦੇ, ਉਨੀ ਦੇਰ ਤੱਕ ਕਿਸੇ ਗਰੀਬ ਦੀ, ਲੋੜਵੰਦ ਦੀ, ਮਜ਼ਲੂਮ ਦਾ ਪੱਖ ਪੂਰਨ ਦਾ ਚਾਅ ਵੀ ਅੰਦਰ ਪੈਦਾ ਨਹੀਂ ਹੁੰਦਾ। ਇਨਸਾਨ ਦੇ ਹਿਰਦੇ ਵਿੱਚ ਰੱਬ ਦੇ ਨਾਲ ਮੁਹੱਬਤ ਕਦੀ ਪੈ ਹੀ ਨਹੀਂ ਸਕਦੀ ਜੇ ਉਸਨੇ ਇਨਸਾਨੀਅਤ ਨਾਲ ਪਿਆਰ ਨਹੀਂ ਕੀਤਾ। ਤਾਂ ਸਤਿਗੁਰੂ ਜੀ ਦੇ ਜੋ ਅਸੀਂ ਉਪਦੇਸ਼ ਸੁਣ ਰਹੇ ਹਾਂ, ਇਹ ਇੱਕ ਪਿਆਰ ਦਾ ਮੁਜੱਸਮਾ ਸੀ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਸੰਸਾਰ ਨੂੰ, ਉਸ ਵਿਲਖਦੀ ਹੋਈ ਲਕਾਈ ਨੂੰ, ਸੰਸਾਰ ਨੂੰ ਉਤਾਰਨ ਲਈ ਆਪਣਾ ਪਰਿਵਾਰ, ਆਪਣੇ ਬੱਚੇ, ਆਪਣੇ ਮਾਂ-ਬਾਪ, ਉਹਨਾਂ ਦੀ ਮਮਤਾ ਦੀਆਂ ਤੰਦਾਂ ਨੂੰ ਤੋੜ ਕੇ ਲੋਕਾਂ ਨੂੰ ਇਹ ਗੱਲ ਸਮਝਾਈ ਕਿ ਸਮਾਜ ਪਰਿਵਾਰ ਨਾਲੋਂ ਬਹੁਤ ਅੱਗੇ ਹੁੰਦਾ ਹੈ। ਇਹ ਸਤਿਗੁਰੂ ਜੀ ਨੇ ਇੱਕ ਸਮਾਜ ਸੇਵਾ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ। ਬਹੁਤ-ਬਹੁਤ ਧੰਨਵਾਦ ਜੀ, ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਦਾ। ਬੇਨਤੀ ਕਰ ਰਿਹਾ ਹਾਂ, ਵੀਰ MP ਸਿੰਘ ਜੀ, ਆਪ ਜੀ ਕਿਰਪਾ ਕਰੋ, ਕੋਈ ਸਵਾਲ ਹਨ ਤਾਂ ਲੈ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।